ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਗੁਰਬਾਣੀ ਗੁਰੂ ਵਿੱਚ ਜੋ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਸੇ ਉਪਦੇਸ਼ ਨੂੰ ਹੀ ਆਪਾਂ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਦ੍ਰਿੜ ਕਰਦੇ ਹਾਂ। ਜਿਉਂ-ਜਿਉਂ ਇਹ ਉਪਦੇਸ਼ ਆਪਣੇ ਹਿਰਦੇ ਵਿੱਚ ਵਸੇਗਾ, ਆਪਣਾ ਜਿਹੜਾ ਜੀਵਨ ਹੈ ਉਹ ਬੜਾ ਸੁਖੀ ਹੋ ਜਾਏਗਾ। ਸਾਰੀ ਜੋ ਗੁਰਬਾਣੀ ਇਹ ਆਪਾਂ ਨੂੰ ਬ੍ਰਹਮ ਦਾ ਗਿਆਨ ਦੇ ਰਹੇ ਨੇ। ਸਿਰਫ ਇਹ ਇਕੱਲਾ ਪੜ੍ਹਨ ਦਾ ਜਾਂ ਇਕੱਲਾ ਗਾਉਣ ਦਾ ਵਿਸ਼ਾ ਨਹੀਂ ਹੈ। ਇਹ ਬ੍ਰਹਮ ਦਾ ਗਿਆਨ ਹੈ, ਇਹ ਕਮਾਉਣ ਦਾ ਵਿਸ਼ਾ ਹੈ। ਇਸ ਲਈ ਮਹਾਰਾਜ ਆਪਾਂ ਨੂੰ ਫਰਮਾਉਂਦੇ ਨੇ, ਲੋਗ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਇਹ ਬ੍ਰਹਮ ਦੀ ਵਿਚਾਰ ਹੈ, ਬ੍ਰਹਮ ਦਾ ਗਿਆਨ ਹੈ। ਜੇ ਗਿਆਨ ਆਪਾਂ ਨੂੰ ਹੋ ਜਾਂਦਾ ਹੈ, ਇਹਦੇ ਨਾਲ ਆਪਣਾ ਜਿਹੜਾ ਮਨ ਹੈ ਇਹ ਸ਼ੀਤਲ ਹੋ ਜਾਂਦਾ, ਠੰਡਾ ਹੋ ਜਾਂਦਾ। ਫਿਰ ਜੋ ਆਪਾਂ ਦੇਖਦੇ ਸੰਸਾਰ ਦੇ ਵਿੱਚ ਕਲਾ ਕਲੇਸ਼, ਦੁਰਮਤ ਦੀ ਅਗਨ ਸਾਰੇ ਜਗਤ ਨੂੰ ਸਾੜਦੀ ਪਈ ਹੈ, ਜਿਹਦੇ ਵਿੱਚ ਸਾਡੇ ਜਿਹੜੇ ਮਨ ਨੇ ਉਹ ਜਲ ਰਹੇ ਨੇ। ਫਿਰ ਇਹ ਜਿਹੜੀ ਅਗਨ ਹੈ ਇਹ ਸਾਡੇ ਮਨ ਨੂੰ ਸਾੜਦੀ ਨਹੀਂ ਹੈ, ਆਪਾਂ ਨੂੰ ਪਾਣੀ ਵਰਗੀ ਠੰਡੀ ਲੱਗਦੀ ਹੈ। ਜਿਨ੍ਹਾਂ ਨੂੰ ਇਹ ਬ੍ਰਹਮ ਦਾ ਗਿਆਨ ਹੋ ਗਿਆ, ਉਹਨਾਂ ਨੇ ਫਿਰ ਆਪਾਂ ਨੂੰ ਇਹ ਅਵਸਥਾ ਦੱਸੀ ਹੈ। ਮਹਾਰਾਜ ਫਰਮਾਉਂਦੇ ਨੇ, ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ, ਜਨ ਜਵਾਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਬਈ ਜਿਸ ਜਵਾਲਾ ਦੇ ਵਿੱਚ ਸਾਰਾ ਜਗਤ, ਸਾਰਾ ਸੰਸਾਰ ਜਲਦਾ ਪਿਆ, ਆਪਾਂ ਦੇਖਦੇ ਹਾਂ ਘਰ ਘਰ ਦੇ ਵਿੱਚ ਕਲੇਸ਼ ਹੈ, ਸਾਡੇ ਮਨ ਦੁਖੀ ਨੇ, ਸਾਡੇ ਮਨ ਅਸ਼ਾਂਤ ਨੇ। ਹੁਣ ਜੇ ਸਾਡਾ ਮਨ ਦੁਖੀ ਹੈ, ਸਾਡਾ ਮਨ ਅਸ਼ਾਂਤ ਹੈ, ਇਹਦਾ ਕਾਰਨ ਆਪਾਂ ਨੂੰ ਗੁਰੂ ਨਾਨਕ ਦਾ ਘਰ ਇਹ ਦੱਸਦਾ ਹੈ ਬਈ ਫਿਰ ਸਾਨੂੰ ਗਿਆਨ ਹੋਇਆ ਨਹੀਂ ਹੈ। ਜੋ ਸਾਨੂੰ ਗੁਰਬਾਣੀ ਗੁਰੂ ਉਪਦੇਸ਼ ਦੇ ਰਹੇ, ਸਾਨੂੰ ਉਸ ਉਪਦੇਸ਼ ਦੀ ਸਮਝ ਨਹੀਂ ਆਈ, ਤਾਂ ਕਰਕੇ ਸਾਡੇ ਮਨ ਦੁਖੀ ਨੇ, ਤਾਂ ਕਰਕੇ ਸਾਡੇ ਮਨ ਅਸ਼ਾਂਤ ਨੇ। ਜੇ ਅਸੀਂ ਗੁਰਬਾਣੀ ਗੁਰੂ ਦੇ ਦੱਸੇ ਮੁਤਾਬਕ ਚੱਲੀਏ
ਜੋ ਗਿਆਨ ਆਪਾਂ ਨੂੰ ਦੇ ਰਹੇ, ਜੇ ਉਹ ਗਿਆਨ ਸਾਡੇ ਮਨਾਂ ਦੇ ਵਿੱਚ ਵਸ ਜਾਵੇ, ਫਿਰ ਆਪਾਂ ਨੂੰ ਕਿਸੇ ਕਿਸਮ ਦਾ ਕੋਈ ਦੁੱਖ ਨਹੀਂ ਹੈ। ਦੁੱਖ ਸਾਨੂੰ ਉਦੋਂ ਹੈ ਜਦੋਂ ਸਾਡਾ ਮਨ ਤ੍ਰੈ ਗੁਣਾਂ ਦੇ ਵਿੱਚ ਆਉਂਦਾ ਹੈ, ਇੱਥੇ ਆ ਕੇ ਭਰਮ ਦੇ ਵਿੱਚ ਪੈ ਜਾਂਦਾ ਹੈ ਤੇ ਭਰਮ ਦੇ ਵਿੱਚ ਦੁੱਖ ਹੈ। ਦੁੱਖ ਦਾ ਕਾਰਨ ਨੇ ਸਾਡੇ ਵਿਚਾਰ, ਫੁਰਨੇ, ਇਹਨਾਂ ਦੇ ਵਿੱਚ ਦੁੱਖ ਹੈ, ਵਿਚਾਰਾਂ ਦੇ ਵਿੱਚ। ਤੇ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਕਿ ਜਦੋਂ ਹੁਣ ਆਪਾਂ ਇਹ ਸਿਮਰਨ ਅਭਿਆਸ ਕਰਦੇ ਹਾਂ, ਨਾਲ ਨਾਲ ਜੋ ਗੁਰਬਾਣੀ ਗੁਰੂ ਆਪਾਂ ਨੂੰ ਉਪਦੇਸ਼ ਦੇ ਰਹੇ ਗਿਆਨ, ਉਹ ਆਪਾਂ ਗਿਆਨ ਲੈਂਦੇ ਹਾਂ। ਆਪਣਾ ਮਨ ਹੈ ਜਿਹੜਾ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੋ ਜਾਂਦਾ ਹੈ। ਜਦੋਂ ਆਪਣਾ ਮਨ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੋ ਜਾਏਗਾ, ਫਿਰ ਆਪਾਂ ਨੂੰ ਕੋਈ ਦੁੱਖ ਨਹੀਂ ਹੈ। ਦੁੱਖ ਉਦੋਂ ਹੀ ਹੈ ਜਦੋਂ ਅਸੀਂ ਵਿਚਾਰਾਂ ਦੇ ਵਿੱਚ ਜਾਂਦੇ ਹਾਂ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਕਿ ਜਿਵੇਂ ਇਕੱਲਾ ਜੀਵ ਬੈਠਾ ਹੈ, ਉਹ ਇਕੱਲਾ ਹੀ ਦੁਖੀ ਹੋਈ ਜਾ ਰਿਹਾ, ਵਿਚਾਰ ਅੰਦਰੋਂ ਆਈ ਜਾ ਰਹੇ, ਵਿਚਾਰਾਂ ਦੇ ਵਿੱਚ ਅਸੀਂ ਦੁਖੀ ਹੋਈ ਜਾ ਰਹੇ ਹਾਂ। ਤੇ ਜਦੋਂ ਅਸੀਂ ਵਿਚਾਰਾਂ ਤੋਂ ਮਨ ਨੂੰ ਰਹਿਤ ਕਰ ਲਾਂਗੇ, ਫਿਰ ਆਪਾਂ ਨੂੰ ਕੋਈ ਦੁੱਖ ਨਹੀਂ ਹੈ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਇੱਕੋ ਸ਼ਬਦ ਵਿੱਚ ਹੀ ਕਲੀਅਰ ਕਰ ਦਿੱਤਾ ਗੁਰਬਾਣੀ 'ਚ, ਬਈ ਜੇ ਤੁਸੀਂ ਸੁਖੀ ਹੋਣਾ ਚਾਹੁੰਦੇ ਹੋ, ਜੇ ਤੁਸੀਂ ਦੁਬਾਰਾ ਵਾਪਸ ਜੂਨਾਂ ਦੇ ਵਿੱਚ ਨਹੀਂ ਆਉਣਾ ਚਾਹੁੰਦੇ, ਤੁਸੀਂ ਚਾਹੁੰਦੇ ਹੋ ਸਾਡਾ ਜਨਮ ਮਰਨ ਦਾ ਗੇੜ ਖਤਮ ਹੋ ਜੇ, ਫਿਰ ਇਹ ਜਿਹੜੇ ਵਿਚਾਰ ਨੇ, ਇਹਨਾਂ ਵਿਚਾਰਾਂ ਨੂੰ ਮਾਰੋ। ਜੇ ਆਪਾਂ ਆਪਦੇ ਵਿਚਾਰ ਮਾਰ ਲਾਂਗੇ, ਆਪਾਂ ਆਪ ਵੀ ਤਰ ਜਾਵਾਂਗੇ। ਆਪਣਾ ਜਿਹੜੇ ਹੋਰ ਸੰਗੀ ਸਾਥੀ, ਜਿਹੜਾ ਵੀ ਜੀਵ ਆਪਣਾ ਸੰਗ ਕਰੇਗਾ, ਨਾਲ ਉਹ ਵੀ ਤਰ ਜਾਏਗਾ। ਮਹਾਰਾਜ ਫਰਮਾਉਂਦੇ ਨੇ, ਵਿਚਾਰ ਮਾਰੇ ਤਰੇ ਤਾਰੇ ਉਲਟ ਜੂਨ ਨਾ ਆਵੇ, ਕਿ ਜਿਨ੍ਹਾਂ ਨੇ ਵਿਚਾਰਾਂ ਨੂੰ ਮਾਰ ਲਿਆ, ਉਹ ਆਪ ਵੀ ਤਰ ਜਾਂਦੇ ਤੇ ਨਾਲ ਉਹ ਹੋਰਾਂ ਨੂੰ ਵੀ ਤਾਰ ਲੈਂਦੇ ਨੇ। ਤੇ ਇਹੋ ਆਪਾਂ ਨੂੰ ਹੁਣ ਸਮਝਾਉਂਦੇ ਵੀ ਹੁਣ ਤੁਸੀਂ ਇਹ ਵਿਚਾਰ ਮਾਰੋ। ਹੁਣ ਇਹ ਵਿਚਾਰ ਆਪਣੇ ਤੇ ਮਨਸਰ ਹੈ ਵੀ ਅਸੀਂ ਮਾਰਨੇ ਆ ਕਿ ਜਾਂ ਅਸੀਂ ਨਹੀਂ ਮਾਰਨੇ। ਜੇ ਅਸੀਂ ਗੁਰੂ ਦੀ ਮੱਤ ਦੁਆਰਾ ਨਹੀਂ ਚੱਲਦੇ, ਫਿਰ ਅਸੀਂ ਇਹ ਜਿਹੜੇ ਵਿਚਾਰ ਨੇ, ਸਗੋਂ ਤੇ ਅਸੀਂ ਹੋਰ ਵਧਾਈ ਜਾਂਦੇ ਹਾਂ। ਜਿਉਂ-ਜਿਉਂ ਜੀਵ ਦੀ ਉਮਰ ਵੱਧਦੀ ਹੈ ਤੇ ਉਹਦੇ ਵਿਚਾਰ ਵੀ ਵੱਧਦੇ ਜਾਂਦੇ ਨੇ। ਜਿੰਨਾ ਸਾਡਾ ਦਾਇਰਾ ਵਧੇਗਾ ਸੰਸਾਰ ਦੇ ਵਿੱਚ, ਓਨੇ ਹੀ ਸਾਡੇ ਜਿਹੜੇ ਵਿਚਾਰ ਨੇ, ਫੁਰਨੇ ਨੇ, ਉਹ ਸਾਡੇ ਵੱਧਦੇ ਜਾਣਗੇ। ਜੇ ਸਾਨੂੰ ਗਿਆਨ ਨਹੀਂ, ਜੇ ਸਾਨੂੰ ਸੋਝੀ ਨਹੀਂ, ਜੇ ਅਸੀਂ ਸ਼ਬਦ ਦਾ ਰੱਖਿਆ ਚੱਕਰ ਨਹੀਂ ਬਣਾ ਕੇ ਰੱਖਿਆ, ਤਾਂ ਇਹੋ ਕਾਰਨ ਹੈ ਸੰਸਾਰ ਦੇ ਵਿੱਚ ਜੀਵ ਜਿੰਨਾ ਜ਼ਿਆਦਾ ਵਿਚਰਦਾ ਹੈ, ਓਨੇ ਫਿਰ ਉਹਦੇ ਵਿਚਾਰ ਹੋਰ ਵੱਧਦੇ ਜਾਂਦੇ ਨੇ। ਤੇ ਆਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਮਝਾਉਂਦੇ ਬਈ ਜੇ ਹੁਣ ਅਸੀਂ ਇਹਨਾਂ ਵਿਚਾਰਾਂ ਨੂੰ ਨਾ ਰੋਕਿਆ, ਤੇ ਫਿਰ ਅਸੀਂ ਵਾਪਸ ਫਿਰ ਇੱਧਰ ਆਕਾਰਾਂ ਦੇ ਵਿੱਚ ਆ ਜਾਵਾਂਗੇ। ਵਿਚਾਰਾਂ ਕਰਕੇ ਹੀ ਅਸੀਂ ਵਾਰ-ਵਾਰ ਇਹਨਾਂ ਜੂਨਾਂ ਦੇ ਵਿੱਚ ਆਉਂਦੇ। ਜਿੱਧਰ ਨੂੰ ਸਾਡਾ ਅੰਤ ਸਮੇਂ ਧਿਆਨ ਹੁੰਦਾ ਹੈ, ਵਿਚਾਰ ਸਾਡੇ ਜ਼ਿਆਦਾ ਹੁੰਦੇ ਨੇ, ਉੱਧਰ ਨੂੰ ਹੀ ਸਾਡਾ ਧਿਆਨ ਹੋਏਗਾ। ਉਸੇ ਮੁਤਾਬਕ ਹੀ ਫਿਰ ਸਾਨੂੰ ਆਕਾਰ ਮਿਲ ਜਾਂਦਾ ਹੈ। ਮਨ ਉਹੀ ਰਹਿੰਦਾ ਹੈ, ਜੋਤ ਉਹੀ ਰਹਿੰਦੀ ਹੈ। ਜਿਹੜੀ ਕਾਇਆ ਹੈ, ਇਹ ਕਾਇਆ ਪਲਟ ਜਾਂਦੀ ਹੈ। ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਤੂੰ ਹਾਂ ਜੁਗਤ ਸਹਿ ਸਹਿ ਕਾਇਆ ਫਿਰ ਪਲਟੀ ਹੈ। ਹੁਣ ਇਹ ਕਾਇਆ ਪਲਟਦੇ ਆਪਾਂ ਜਿਉਂ ਸਤਿਯੁਗ ਤੋਂ ਚੱਲੇ ਹਾਂ, ਇਹ ਚੌਥਾ ਯੁੱਗ ਹੈ, ਆਪਾਂ ਅੱਗੇ ਦੀ ਅੱਗੇ ਕਾਇਆ ਪਲਟਦੇ ਹੀ ਆ ਰਹੇ ਹਾਂ। ਕਿਹੜੇ ਕਿਹੜੇ ਆਕਾਰਾਂ ਦੇ ਵਿੱਚੋਂ ਆਪਾਂ ਹੁੰਦੇ ਆ ਰਹੇ ਹਾਂ, ਸਾਡਾ ਪਿਛੋਕੜ ਕੀ ਹੈ, ਕਿੱਥੇ ਕਿੱਥੇ ਆਪਾਂ ਰਹੇ, ਉਹ ਫਿਰ ਆਪਾਂ ਨੂੰ ਸਤਿਗੁਰੂ ਦੱਸਦੇ ਨੇ। ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਅਪਾਏ, ਕੇਤੇ ਨਾਗ ਕੁਲੀ ਮੈਂ ਆਏ, ਕੇਤੇ ਪੰਖ ਉਡਾਏ। ਬਈ ਇਹ ਸਾਡਾ ਪਿਛੋਕੜ ਹੈ। ਕਿੰਨੀ ਵਾਰ ਆਪਾਂ ਰੁੱਖ ਬਣੇ, ਬਿਰਖ ਬਣੇ, ਕਿੰਨੀ ਵਾਰ ਆਪਾਂ ਇਹ ਪਸ਼ੂ ਬਣੇ, ਪੰਛੀ ਬਣੇ, ਕਿੰਨੀ ਵਾਰ ਆਪਾਂ ਸੱਪ ਬਣੇ, ਉਹਨਾਂ ਦੀਆਂ ਕੁੱਲਾਂ ਦੇ ਵਿੱਚ ਰਹੇ। ਇਹ ਸਾਡਾ ਪਿਛੋਕੜ ਹੈ, ਇੱਥੋਂ ਅਸੀਂ ਹੁੰਦੇ ਆ ਰਹੇ। ਇਹਨਾਂ ਆਕਾਰਾਂ ਦੇ ਵਿੱਚੋਂ ਕੌਣ ਹੁੰਦਾ ਆ ਰਿਹਾ? ਜੋ ਆਪਾਂ ਕਹਿੰਦੇ ਹਾਂ ਨਾ, ਮੈਂ।
ਮੈਂ ਦਾ ਭਾਵ ਵੀ ਜੋ ਸਾਡਾ ਮਨ ਹੈ, ਜੋ ਇਹਦੇ ਵਿੱਚ ਬੋਲ ਰਿਹਾ ਹੈ ਸਰੀਰ ਦੇ, ਉਹ ਇਹਨਾਂ ਆਕਾਰਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਆ ਰਿਹਾ ਹੈ। ਹੁਣ ਆਪਾਂ ਨੂੰ ਮਾਨਸ ਜਾਮਾ ਮਿਲਿਆ ਹੈ, ਹੁਣ ਆਪਾਂ ਨੂੰ ਇਹ ਆਕਾਰ ਮਿਲ ਗਿਆ, ਤੇ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਬਈ ਹੁਣ ਇਸ ਆਕਾਰ ਦੇ ਵਿੱਚ ਰਹਿੰਦੇ ਰਹਿੰਦੇ ਜਿਹੜਾ ਸਾਡਾ ਅਸਲ ਘਰ ਹੈ, ਜਿੱਥੇ ਅਸੀਂ ਸਦਾ ਵਸਣਾ ਸਦਾ ਰਹਿਣਾ, ਹੁਣ ਤੁਸੀਂ ਉਸ ਘਰ ਦੀ ਪਹਿਚਾਣ ਕਰ ਲਓ ਤੇ ਉਸ ਘਰ ਨੂੰ ਲੱਭ ਲਓ, ਉਸ ਘਰ ਦੇ ਵਿੱਚ ਵਾਸਾ ਕਰ ਲਓ। ਗੁਰਮੁਖਾਂ ਨੇ ਫਿਰ, ਜਿਨ੍ਹਾਂ ਨੇ ਗਿਆਨ ਲਿਆ, ਸੋਝੀ ਲਈ, ਗੁਰੂ ਦੀ ਮੱਤ ਲਈ, ਉਹਨਾਂ ਨੇ ਉਹ ਘਰ ਲੱਭ ਲਿਆ ਜਿੱਥੇ ਨਾ ਜਨਮ ਹੈ, ਨਾ ਮੌਤ ਹੈ, ਨਾ ਉੱਥੇ ਜਰਾ ਬੜੇਪਾ ਹੁੰਦਾ ਹੈ। ਮਾਰੇ ਫਰਮਾਉਂਦੇ ਨੇ, ਨਾਨਕ ਬੱਧਾ ਘਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ, ਵੀ ਜਿੱਥੇ ਨਾ ਮੌਤ, ਨਾ ਉੱਥੇ ਜਨਮ ਹੋਵੇ, ਨਾ ਮੌਤ ਹੋਵੇ, ਨਾ ਉੱਥੇ ਬੜੇਪਾ ਹੋਵੇ, ਉਹ ਘਰ ਹੈ ਆਪਣਾ ਸਦਾ ਨਿਸ਼ਚਲ ਘਰ। ਤੇ ਆਪਾਂ ਨੂੰ ਕਹਿੰਦੇ ਵੀ ਇਹ ਜਿਹੜਾ ਸਰੀਰ ਹੈ ਇਹ ਆਰਜੀ ਹੈ, ਮਿਥਿਆ ਹੋਇਆ, ਇਹਨੂੰ ਸੱਚ ਨਾ ਸਮਝੋ, ਕਿਉਂਕਿ ਇਹਨੇ ਸਦਾ ਨਹੀਂ ਰਹਿਣਾ ਹੈ, ਇਹ ਨਾਸਬਾਨ ਹੈ, ਮਿਥਿਆ ਹੈ, ਇਸ ਨੂੰ ਮਾਇਆ ਕਹਿੰਦੇ ਨੇ। ਜਿਹੜੀ ਚੀਜ਼ ਦੇ ਵਿੱਚ ਬਦਲਾਅ ਆਉਂਦਾ ਹੈ ਉਹਨੂੰ ਮਾਇਆ ਕਹਿੰਦੇ ਨੇ। ਤੇ ਇੱਧਰ ਹਰ ਇੱਕ ਚੀਜ਼ ਦੇ ਵਿੱਚ ਬਦਲਾਅ ਆਉਂਦਾ ਹੈ। ਜਿਵੇਂ ਇਹ ਸਰੀਰ ਹੈ, ਸਮੇਂ ਸਮੇਂ ਮੁਤਾਬਕ ਇਹਦੇ ਵਿੱਚ ਬਦਲਾਅ ਆਉਂਦਾ ਰਹਿੰਦਾ ਹੈ। ਜਿਵੇਂ ਬਚਪਨ ਹੈ, ਫਿਰ ਜਵਾਨੀ ਹੈ, ਫਿਰ ਬੁਢੇਪਾ ਆ ਗਿਆ, ਬਦਲਾਅ ਆ ਗਏ। ਇਸੇ ਤਰ੍ਹਾਂ ਫਿਰ ਇਸ ਨੂੰ ਮਾਇਆ ਕਹਿੰਦੇ ਨੇ। ਸੱਚੇ ਪਾਤਸ਼ਾਹ ਕਹਿੰਦੇ ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਏ ਭਰਮ ਭੁਲਾਇਆ। ਇਹ ਦੂਜਾ ਹੈ, ਦੂਜੀ ਹੈ ਮਾਇਆ। ਆਪਾਂ ਨੂੰ ਕਹਿੰਦੇ ਵੀ ਜੇ ਹੁਣ ਅਸੀਂ ਇੱਕ ਨਾਲ ਪਰਮਾਤਮਾ ਦੇ ਨਾਲ ਨਹੀਂ ਜੁੜੇ, ਫਿਰ ਅਸੀਂ ਦੂਜੇ ਨਾਲ ਜੁੜੇ। ਜਿਹੜੇ ਫਿਰ ਦੂਜੇ ਨਾਲ ਜੁੜ ਗਏ ਉਹ ਜੀਵਨ ਦਾ ਲਾਹਾ ਨਹੀਂ ਕੱਟਦੇ, ਉਹ ਇਹ ਭਵ ਸਾਗਰ ਦੇ ਵਿੱਚ ਡੁੱਬ ਜਾਂਦੇ ਨੇ। ਸੱਚੇ ਪਾਤਸ਼ਾਹ ਫਰਮਾਉਂਦੇ, ਖਸਮ ਛੋੜ ਦੂਜੇ ਲੱਗੇ, ਡੂਬੇ ਸੇਵਣ ਜਾ ਰਹੇ ਆ, ਵੀ ਉਹ ਬਣਜਾਰੇ ਡੁੱਬ ਗਏ ਜਿਨ੍ਹਾਂ ਨੇ ਇੱਧਰ ਆ ਕੇ ਕੱਚਾ ਵਣਜ ਕੀਤਾ, ਕੱਚਾ ਵਪਾਰ ਕੀਤਾ, ਜਿਨ੍ਹਾਂ ਨੇ ਮਾਇਆ ਦਾ ਵਪਾਰ ਕੀਤਾ, ਜਿਨ੍ਹਾਂ ਨੇ ਮਾਇਆ ਨੂੰ ਹੀ ਸਾਰਾ ਕੁਝ ਸਮਝ ਲਿਆ, ਉਹ ਡੁੱਬ ਗਏ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਇਹ ਜਿਹੜਾ ਸਰੀਰ ਹੈ ਇਸ ਨੂੰ ਤੁਸੀਂ ਮਿਥਿਆ ਸਮਝੋ, ਵੀ ਇਹ ਸਦਾ ਰਹਿਣ ਵਾਲਾ ਨਹੀਂ ਹੈ। ਤੁਸੀਂ ਇਹਦੇ ਅੰਦਰ ਜਿਹੜਾ ਵਸਦਾ ਉਹਦੀ ਪਹਿਚਾਣ ਕਰੋ। ਇਹਦੇ ਵਿੱਚ ਕੌਣ ਬੋਲ ਰਿਹਾ ਹੈ, ਕੌਣ ਦੇਖ ਰਿਹਾ, ਕੌਣ ਸੁਣ ਰਿਹਾ, ਉਹਦੀ ਪਹਿਚਾਣ ਕਰੋ। ਮਾਰੇ ਫਰਮਾਉਂਦੇ, ਸਾਧੂ ਇਹ ਤਨ ਮਿਥਿਆ ਜਾਣੋ, ਜਾ ਭੀਤਰ ਜੋ ਰਾਮ ਵਸਤ ਹੈ, ਸਾਚੋ ਤਹਿ ਪਹਿਚਾਨੋ। ਜਿਹੜਾ ਇਹਦੇ ਭੀਤਰ ਅੰਦਰ ਵਸ ਰਿਹਾ ਹੈ ਉਹਦੀ ਪਹਿਚਾਣ ਕਰੋ। ਆਪਾਂ ਨੂੰ ਤਾਂ ਹੁਣ ਦੱਸ ਦਿੱਤਾ ਵੀ ਇਹਦੇ ਅੰਦਰ ਰਾਮ ਵਸਦਾ ਹੈ। ਹੁਣ ਉਹ ਰਾਮ ਕਿੱਥੇ ਵਸਦਾ ਹੈ ਸਾਡੇ ਅੰਦਰ, ਉਹਦੀ ਅਸੀਂ ਪਹਿਚਾਣ ਕਰਨੀ ਹੈ। ਅਸੀਂ ਪਹਿਚਾਣ ਕਰਨੀ ਆਪਣੇ ਆਪੇ ਦੀ ਤੇ ਆਪਣੇ ਮਾਤਾ ਪਿਤਾ ਦੀ, ਕਿ ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ, ਸਾਡਾ ਆਪਦਾ ਨਿੱਜ ਜਿਹੜਾ ਸਰੂਪ, ਉਹ ਸਰੂਪ ਕੀ ਹੈ। ਹੁਣ ਜੇ ਆਪਾਂ ਕਹਿੰਦੇ ਅਸੀਂ ਇਹ ਸਰੀਰ ਹਾਂ, ਤੇ ਆਪਾਂ ਸਰੀਰ ਤਾਂ ਹੈ ਨਹੀਂ। ਏਦਾਂ ਦੇ ਸਰੀਰ ਤਾਂ ਆਪਾਂ ਨੂੰ ਅੱਗੇ ਵੀ ਕਈ ਵਾਰ ਮਿਲੇ, ਹੋਰ ਆਕਾਰ ਮਿਲੇ, ਵਿੱਚ ਮਾਨਸ ਜਾਮਾ ਵੀ ਮਿਲਦਾ ਰਿਹਾ, ਪਰ ਸਾਨੂੰ ਪੂਰਨ ਗੁਰੂ ਨਾ ਮਿਲਿਆ। ਮਾਨਸ ਜਾਮਾ ਆਪਾਂ ਨੂੰ ਮਿਲਦਾ ਰਿਹਾ, ਮਾਨਸ ਜਾਮੇ ਵਿੱਚ ਜੇ ਸਾਨੂੰ ਪੂਰਨ ਗੁਰੂ ਨਾ ਮਿਲੇ, ਸਾਨੂੰ ਸੰਤ ਸਾਧੂ ਜਨਾਂ ਦਾ ਸੰਗ ਨਾ ਹੋਵੇ, ਫਿਰ ਅਸੀਂ ਇਸ ਮਾਨਸ ਜਾਮੇ ਦਾ ਵੀ ਜਿਹੜਾ ਲਾਹਾ ਹੈ ਉਹ ਅਸੀਂ ਲਾਹਾ ਖੱਟ ਨਹੀਂ ਸਕਦੇ। ਕਿਉਂਕਿ ਸਾਨੂੰ ਭੇਤ ਹੀ ਨਹੀਂ ਆਉਂਦਾ ਹੈ ਕਿ ਅਸੀਂ ਸੰਸਾਰ 'ਚ ਆਏ ਕੀ ਕਰਨ ਵਾਸਤੇ, ਸਾਡਾ ਇੱਥੇ ਆਉਣ ਦਾ ਮਕਸਦ, ਮਨੋਰਥ ਕੀ ਹੈ। ਉਹ ਫਿਰ ਭੇਦ ਆਪਾਂ ਨੂੰ ਸੰਤ ਸਾਧੂ ਜਨਾਂ ਨੇ ਦੇਣਾ ਹੁੰਦਾ, ਗੁਰਮੁਖਾਂ ਨੇ ਦੇਣਾ ਹੁੰਦਾ ਹੈ ਕਿ ਅਸੀਂ ਕਾਹਦੇ ਵਾਸਤੇ ਆਏ ਹਾਂ ਇੱਥੇ ਸੰਸਾਰ ਦੇ ਵਿੱਚ, ਸਾਨੂੰ ਮਾਲਕ ਨੇ ਕਿਉਂ ਭੇਜਿਆ, ਇਹ ਸਾਨੂੰ ਮਾਨਸ ਜਾਮਾ ਕਾਹਦੇ ਵਾਸਤੇ ਮਿਲੇ ਹੈ। ਉਹ ਫਿਰ ਗੁਰਮੁਖ ਜਨ ਜਦੋਂ ਆਪਾਂ ਨੂੰ ਇਹ ਭੇਤ ਦਿੰਦੇ
ਤੇ ਫਿਰ ਆਪਾਂ ਨੂੰ ਸਮਝ ਲੱਗਦੀ ਹੈ ਕਿ ਸਾਨੂੰ ਇਹ ਮਾਨਸ ਜਾਮਾ ਮਿਲਿਆ ਪਰਮਾਤਮਾ ਨਿਰੰਕਾਰ ਨੂੰ ਮਿਲਣ ਵਾਸਤੇ। ਇਹ ਸਾਨੂੰ ਹੁਣ ਮੌਕਾ ਵਾਰੀ ਮਿਲੀ ਕਿ ਅਸੀਂ ਇਹਦੇ ਵਿੱਚ ਰਹਿੰਦੇ ਹੋਏ ਆਪਣੇ ਆਪੇ ਦੀ ਪਹਿਚਾਣ ਕਰ ਲਈਏ ਵੀ ਸਾਡਾ ਨਿੱਜੀ ਜਿਹੜਾ ਸਰੂਪ ਹੈ ਕੀ ਹੈ, ਅਸੀਂ ਕੌਣ ਹਾਂ। ਆਪਾਂ ਨੂੰ ਤਾਂ ਸਤਿਗੁਰਾਂ ਨੇ ਸਮਝਾ ਦਿੱਤਾ ਵੀ ਤੁਸੀਂ ਜੋਤ ਸਰੂਪ ਮਾਨੇ ਜਿਹੜਾ ਆਪਣਾ ਉਹ ਪ੍ਰਕਾਸ਼ ਰੂਪ ਹੈ। ਮਹਾਰਾਜ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਹੁਣ ਆਪਾਂ ਨੂੰ ਕਹਿੰਦੇ ਤੁਸੀਂ ਜੋਤ ਸਰੂਪ ਪ੍ਰਕਾਸ਼ ਰੂਪ। ਹੁਣ ਆਪਾਂ ਦੇਖਣਾ ਵੀ ਅਸੀਂ ਉਹ ਜਿਹੜਾ ਪ੍ਰਕਾਸ਼ ਰੂਪ ਆ, ਕੀ ਅਸੀਂ ਆਪਦੇ ਆਪੇ ਦੀ ਪਹਿਚਾਣ ਕੀਤੀ ਵੀ ਅਸੀਂ ਪ੍ਰਕਾਸ਼ ਰੂਪ ਹਾਂ? ਜੇ ਸਾਨੂੰ ਇਹ ਭੇਤ ਆ ਗਿਆ ਵੀ ਅਸੀਂ ਪ੍ਰਕਾਸ਼ ਰੂਪ ਹਾਂ ਤੇ ਪ੍ਰਕਾਸ਼ ਨੂੰ ਕੋਈ ਦੁੱਖ ਨਹੀਂ ਹੁੰਦਾ। ਪ੍ਰਕਾਸ਼ ਨੂੰ ਨਾ ਤਾਂ ਸੰਸਾਰ ਦੇ ਵਿੱਚ ਕੋਈ ਐਸਾ ਸ਼ਸਤਰ ਬਣੇ ਵੀ ਜਿਹਦੇ ਦੁਆਰਾ ਉਹਨੂੰ ਮਾਰਿਆ ਜਾ ਸਕੇ, ਨਾ ਸਾਨੂੰ ਤਲਵਾਰ ਕੱਟ ਸਕੇ, ਨਾ ਸਾਡੇ ਗੋਲੀ ਵੱਜੇ, ਨਾ ਸਾਨੂੰ ਅੱਗ ਸਾੜ ਸਕੇ, ਨਾ ਸਾਨੂੰ ਪਾਣੀ ਡੋਬ ਸਕੇ। ਇਸ ਕਰਕੇ ਫਿਰ ਜਿਨ੍ਹਾਂ ਨੇ ਆਪਦੀ ਪਹਿਚਾਣ ਕਰ ਲਈ ਉਹਨਾਂ ਨੂੰ ਕਹਿੰਦੇ ਉਹ ਨਿਰਭਉ ਹੋ ਗਏ, ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਭੈ ਨਹੀਂ ਰਹਿੰਦਾ। ਸੰਸਾਰ ਦੇ ਵਿੱਚ ਭੈ ਹੈ ਜੀਵ ਨੂੰ ਮੌਤ ਦਾ, ਜਨਮ ਦਾ, ਮੌਤ ਦਾ ਭੈ ਬਾਰ-ਬਾਰ। ਤੇ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਜਨਮ ਮਰਨ ਵਾਲੀ ਕੋਈ ਚੀਜ਼ ਨਹੀਂ ਹੈ, ਅਸੀਂ ਜੋ ਸਰੂਪ ਪ੍ਰਕਾਸ਼ ਰੂਪ ਹਾਂ, ਫਿਰ ਉਸ ਅਵਸਥਾ 'ਚ ਕਹਿੰਦੇ ਵੀ ਇਹ ਨਿਰਭਉ ਹੋ ਗਈ। ਕਿਉਂਕਿ ਪਰਮਾਤਮਾ ਆਪ ਨਿਰਭਉ ਹੈ ਤੇ ਮਨ ਹੈ ਜਿਹੜਾ ਪਰਮਾਤਮਾ ਦਾ ਬੱਚਾ ਹੈ, ਇਹ ਜਦੋਂ ਜਾਗ ਪੈਂਦਾ ਹੈ, ਮਾਲਕ ਦੇ ਸਨਮੁਖ ਹੋ ਜਾਂਦਾ, ਮਿਲ ਲੈਂਦਾ ਹੈ, ਫਿਰ ਇਹ ਵੀ ਨਿਰਭਉ ਹੋ ਜਾਂਦਾ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹੜੇ ਗੁਰਮੁਖ ਜਿਨ੍ਹਾਂ ਨੇ ਆਪਣੇ ਆਪੇ ਦੀ ਪਹਿਚਾਣ ਕਰ ਲਈ, ਜਿਨ੍ਹਾਂ ਨੂੰ ਸੰਤ ਕਹਿ ਦਿੱਤਾ, ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਭੈ ਨਹੀਂ। ਮਾਰੇ ਫਰਮਾਉਂਦੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕੁਛ ਨਾਹੀਂ, ਜਮ ਨਹੀਂ ਆਵੇ ਨੇੜੇ। ਨਾ ਉਹਨਾਂ ਦੇ ਜਮ ਨੇੜੇ ਆਉਣ, ਨਾ ਉਹਨਾਂ ਨੂੰ ਜਮਾਂ ਦਾ ਭੈ, ਨਾ ਉਹਨਾਂ ਨੂੰ ਸੰਸਾਰ ਦਾ ਕਿਸੇ ਕਿਸਮ ਦਾ ਕੋਈ ਭੈ। ਇਹੀਓ ਕਾਰਨ ਸੀ ਪੁਰਾਤਨ ਸਮਿਆਂ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਐਸੇ ਗੁਰਮੁਖ ਯੋਧੇ ਹੋਏ ਵੀ ਜਿਨ੍ਹਾਂ ਨੇ ਜਦੋਂ ਕੁਰਬਾਨੀ ਦੇਣ ਲੱਗੇ ਤਾਂ ਬਿਲਕੁਲ ਵੀ ਝਿਜਕ ਨਹੀਂ, ਉਹਨਾਂ ਦੇ ਮਨ ਦੇ ਵਿੱਚ ਕੋਈ ਖੌਫ ਨਹੀਂ, ਕੋਈ ਡਰ ਨਹੀਂ ਹੈ। ਉਹ ਅਵਸਥਾ ਕਿਵੇਂ ਬਣੀ? ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਾਨੂੰ ਕੋਈ ਮਾਰ ਨਹੀਂ ਸਕਦਾ, ਵੀ ਇਹ ਤਾਂ ਸਿਰਫ ਇਹ ਸਰੀਰ ਨੂੰ ਕੱਟ ਰਹੇ ਨੇ, ਅਸੀਂ ਸਰੀਰ ਹੈ ਹੀ ਨਹੀਂ ਹੈ। ਇਸ ਵਾਸਤੇ ਫਿਰ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦੁੱਖ ਤਕਲੀਫ ਨਹੀਂ ਹੈ। ਇੱਧਰ ਇਹ ਕਾਲ ਦਾ ਦੇਸ਼ ਹੈ, ਪੰਜਾਂ ਦਾ ਦੇਸ਼ ਹੈ। ਇਹ ਕੋਸ਼ਿਸ਼ ਕਰਦੇ ਦੁੱਖ ਦੇਣ ਵਾਸਤੇ। ਜਿਵੇਂ ਹੁਣ ਸੰਸਾਰ 'ਚ ਆਪਾਂ ਦੇਖਦੇ ਹਾਂ, ਇਹਨਾਂ ਨੇ ਕਿਸੇ ਜੀਵ ਨੂੰ ਵੀ ਸੁਖੀ ਰਹਿਣ ਨਹੀਂ ਦਿੱਤਾ ਹੋਇਆ। ਹਰ ਇੱਕ ਜੀਵ ਨੂੰ ਇਹ ਦੁੱਖ ਦਿੰਦੇ, ਅੰਦਰ ਬੈਠੀ ਦੁੱਖ ਦਿੱਤੀ ਜਾਂਦੇ ਨੇ। ਇਹੀਓ ਕਾਰਨ ਹੈ ਵੀ ਸਾਰਾ ਸੰਸਾਰ ਦੁਖੀ ਹੈ। ਇਹਨਾਂ ਨੇ ਸਾਰਿਆਂ ਨੂੰ ਧੜਿਆਂ ਦੇ ਵਿੱਚ ਵੰਡਿਆ ਹੋਇਆ, ਸਾਰਿਆਂ ਦੇ ਅੰਦਰ ਇੱਕ ਦੂਸਰੇ ਪ੍ਰਥਾਏ ਬੈਰ ਵਿਰੋਧ ਈਰਖਾ ਨਫ਼ਰਤ ਭਰ ਦਿੰਦੇ ਨੇ। ਇਸ ਲਈ ਇਹਨਾਂ ਦਾ ਸਾਨੂੰ ਖੇਲ ਸਮਝਾਉਂਦੇ ਸਤਿਗੁਰੂ ਕਹਿੰਦੇ ਕਲ ਯੁਗ ਮੇ ਧੜੇ, ਪੰਜ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ। ਹੁਣ ਇਹਨਾਂ ਨੇ ਕੋਸ਼ਿਸ਼ ਕਰਨੀ ਬਈ ਇਹ ਸਾਡੇ ਦੇਸ਼ ਦੇ ਵਿੱਚ ਸੁਖੀ ਨਾ ਰਹਿ ਸਕਣ, ਬਈ ਇਹਨਾਂ ਨੇ ਹਰ ਇੱਕ ਜੀਵ ਨੂੰ ਕਿਵੇਂ ਨਾ ਕਿਵੇਂ ਦੁੱਖ ਦੇਣਾ ਹੈ। ਗੁਰਮੁਖ ਨੇ ਜਿਹੜੇ ਉਹ ਇਹਨਾਂ ਪੰਜਾਂ ਨੂੰ ਬਾਹਰ ਕੱਢ ਦਿੰਦੇ ਅੰਦਰੋਂ। ਪੰਜਾਂ ਨੂੰ ਬਾਹਰ ਕੱਢ ਕੇ ਤੇ ਫਿਰ ਇਹ ਕੀ ਕਰਦੇ ਨੇ, ਇਹ ਅੰਦਰ ਦੀ ਬਜਾਏ ਫਿਰ ਇਹ ਦੂਸਰਿਆਂ ਦੇ ਅੰਦਰ ਬੈਠੇ ਨੇ, ਸਭ ਦੇ ਬਾਹਰ। ਫਿਰ ਉਹਨਾਂ ਗੁਰਮੁਖਾਂ ਨੂੰ ਇਹ ਬਾਹਰੋਂ ਦੁੱਖ ਦੇਣਾ ਚਾਹੁੰਦੇ ਨੇ, ਕਿਉਂਕਿ ਅੰਦਰੋਂ ਤਾਂ ਨਹੀਂ ਦੁਖੀ ਕਰ ਸਕਦੇ, ਅੰਦਰੋਂ ਤਾਂ ਉਹ ਸਹਿਜ ਦੇ ਵਿੱਚ ਆਪਦੇ ਆਨੰਦ ਦੇ ਵਿੱਚ ਨੇ। ਫਿਰ ਉਹ ਬਾਹਰੋਂ ਹਮਲਾ ਕਰਦੇ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਦੁੱਖ ਦਈਏ, ਇਹਨਾਂ ਨੂੰ ਪਰੇਸ਼ਾਨ ਕਰੀਏ। ਫਿਰ ਗੁਰਮੁਖਾਂ ਨੇ ਜਦੋਂ
ਆਪਦਾ ਜਿਹੜਾ ਨਿੱਜ ਸਰੂਪ ਸੀ ਉਹਦੀ ਪਹਿਚਾਣ ਕਰ ਲਈ, ਆਪਦੇ ਘਰ ਦੇ ਵਿੱਚ ਵਾਸਾ ਕਰ ਲਿਆ, ਫਿਰ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਉਹਨਾਂ ਗੁਰਮੁਖਾਂ ਨੂੰ ਇਹ ਦੁਖੀ ਕਰ ਨਹੀਂ ਸਕਦੇ। ਇਹੀਓ ਕਾਰਨ ਸੀ ਵੀ ਇਹਨਾਂ ਨੇ ਪੂਰਾ ਜ਼ੋਰ ਲਾਇਆ ਵੀ ਕਿਵੇਂ ਨਾ ਕਿਵੇਂ ਇਹਨਾਂ ਨੂੰ ਦੁੱਖ ਦਈਏ, ਇਹਨਾਂ ਦਾ ਧਿਆਨ ਹੈ ਜਿਹੜਾ ਧਿਆਨ ਭਟਕੇ, ਧਿਆਨ ਬਦਲੀਏ। ਉਹਦੇ ਵਾਸਤੇ ਫਿਰ ਉਹਨਾਂ ਨੂੰ ਤਸੀਹੇ ਦਿੱਤੇ ਗਏ, ਬੰਦ ਕੱਟੇ ਗਏ, ਚਰਖੜੀਆਂ ਤੇ ਚੜਾਏ ਗਏ। ਆਪਾਂ ਇਤਿਹਾਸ ਸਾਰਾ ਅਰਦਾਸ ਦੇ ਵਿੱਚ ਬੋਲਦੇ ਹਾਂ, ਪੜ੍ਹਦੇ ਹਾਂ। ਪਰ ਉਹਨਾਂ ਦਾ ਮਨ ਨਹੀਂ ਡੋਲਿਆ। ਕਿਉਂਕਿ ਉਹ ਅਵਸਥਾ ਸੀ ਉਹਨਾਂ ਦੀ। ਉਹਨਾਂ ਨੇ ਆਪਦੇ ਆਪੇ ਦੀ ਪਹਿਚਾਣ ਕਰ ਲਈ ਸੀ ਵੀ ਸਾਨੂੰ ਨਹੀਂ ਇਹ ਦੁੱਖ ਦੇ ਸਕਦੇ, ਅਸੀਂ ਤਾਂ ਪ੍ਰਕਾਸ਼ ਰੂਪ ਹਾਂ। ਪ੍ਰਕਾਸ਼ ਨੂੰ ਵੱਢਿਆ ਨਹੀਂ ਜਾ ਸਕਦਾ, ਪ੍ਰਕਾਸ਼ ਨੂੰ ਚਰਖੜੀ ਤੇ ਚੜਾ ਕੇ ਉਹਨੂੰ ਦੁੱਖ ਨਹੀਂ ਦਿੱਤਾ ਜਾ ਸਕਦਾ। ਇਸ ਵਾਸਤੇ ਫਿਰ ਉਹਨਾਂ ਨੇ ਇਹ ਅਵਸਥਾ ਸੀ ਜਿਹੜੀ ਇਹ ਬਿਆਨ ਕੀਤੀ, ਦਿਖਾਈ ਆਪਾਂ ਨੂੰ। ਤੇ ਇਹੀਓ ਆਪਾਂ ਨੂੰ ਫਿਰ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਬਈ ਇਹ ਹੈ ਅਸਲ ਜੋਗ। ਇਹਨੂੰ ਕਹਿੰਦੇ ਨੇ ਜੋਗ ਜੁੜਨਾ। ਤੇ ਮਹਾਰਾਜ ਕਹਿੰਦੇ ਵੀ ਐਸਾ ਜੋਗ ਕਮਾਵੋ, ਐਸਾ ਅਭਿਆਸ ਕਰੋ ਵੀ ਜਿਉਂਦੇ ਜੀ ਮਰ ਜਾਓ। ਮਹਾਰਾਜ ਫਰਮਾਉਂਦੇ ਨੇ ਐਸਾ ਜੋਗ ਕਮਾਈਏ ਜੋਗੀ, ਜੀਵਤ ਆ ਮਰ ਰਹੀ ਹੈ। ਵੀ ਐਸਾ ਜੋਗ ਜਿਉਂਦੇ ਜੀ ਮਰਨਾ। ਹੁਣ ਉਹਨਾਂ ਗੁਰਮੁਖਾਂ ਨੇ ਜਿਉਂਦੇ ਜੀ ਮਰ ਕੇ ਆਪਾਂ ਨੂੰ ਅਵਸਥਾ ਬਿਆਨ ਕੀਤੀ, ਦਿਖਾਈ ਦ੍ਰਿਸ਼ਟਮਾਨ ਦੇ ਵਿੱਚ ਬਈ ਜਿਵੇਂ ਮਰੇ ਹੋਏ ਜੀਵ ਦੇ ਉੱਤੇ ਕਿਸੇ ਕਿਸਮ ਦਾ ਕੋਈ ਅਸਰ ਨਹੀਂ ਹੁੰਦਾ। ਹੁਣ ਜੇ ਕੋਈ ਮਰ ਹੀ ਜਾਂਦਾ, ਆਪਾਂ ਸੰਸਾਰ 'ਚ ਦੇਖਦੇ ਹਾਂ ਕੋਈ ਜੀਵ ਦੇਹ ਛੱਡ ਗਿਆ, ਜਦੋਂ ਦੇਹ ਛੱਡ ਗਿਆ ਉਸ ਨੂੰ ਚਾਹੇ ਆਪਾਂ ਅੱਗ ਦੇ ਵਿੱਚ ਸੱਟ ਦਈਏ, ਉਹ ਤਾਂ ਨਹੀਂ ਭੱਜਦਾ, ਤਾਂ ਨਹੀਂ ਮਹਿਸੂਸ ਕਰਦਾ। ਉਸ ਨੂੰ ਚਾਹੇ ਆਪਾਂ ਪਾਣੀ ਦੇ ਵਿੱਚ ਰੁੜ ਦਈਏ, ਬਹਾ ਦਈਏ, ਉਹਨੂੰ ਤਾਂ ਕੋਈ ਫਰਕ ਨਹੀਂ। ਉਸ ਨੂੰ ਚਾਹੇ ਆਪਾਂ ਮਿੱਟੀ 'ਚ ਦੱਬ ਦਈਏ ਤਾਂ ਕੋਈ ਫਰਕ ਨਹੀਂ। ਉਹਨੂੰ ਚਾਹੇ ਤੁਸੀਂ ਬਾਹਰ ਕਿਤੇ ਸੁੱਟ ਦਿਓ, ਜਾਨਵਰ ਖਾ ਜਾਣ, ਉਹਨੂੰ ਤਾਂ ਕੋਈ ਫਰਕ ਨਹੀਂ। ਇਸੇ ਤਰ੍ਹਾਂ ਹੀ ਫਿਰ ਜਦੋਂ ਗੁਰਮੁਖਾਂ ਨੇ ਜਿਉਂਦੇ ਜੀ ਮਰਨਾ ਸਿੱਖ ਲਿਆ, ਫਿਰ ਉਹ ਅਵਸਥਾ ਉਹਨਾਂ ਨੇ ਜਿਉਂਦੇ ਜੀ ਆਪਾਂ ਨੂੰ ਕਰਕੇ ਦਿਖਾਈ। ਜੇ ਉਹਨਾਂ ਨੂੰ ਤਤੀ ਤਵੀ ਤੇ ਬਿਠਾਇਆ ਗੁਰੂ ਸਾਹਿਬ ਨੂੰ, ਤੇ ਉਹਨਾਂ ਨੇ ਉਹੀ ਅਵਸਥਾ ਦਿਖਾ ਦਿੱਤੀ ਵੀ ਜਿਵੇਂ ਜੀਵ ਇੱਕ ਮੁਰਦਾ ਹੈ, ਉਹਦੇ ਉੱਤੇ ਨਹੀਂ ਅਸਰ ਹੁੰਦਾ। ਇਸੇ ਤਰ੍ਹਾਂ ਹੀ ਵੀ ਜਦੋਂ ਮਨ ਸਾਡਾ ਸ਼ਬਦ ਦੁਆਰਾ ਮਰ ਜਾਂਦਾ ਹੈ, ਫਿਰ ਉਹਦੇ ਉੱਤੇ ਅਗਨ ਦਾ ਅਸਰ ਨਹੀਂ ਹੁੰਦਾ। ਇਹ ਜਿਹੜੀ ਅਗਨ ਮਨ ਨੂੰ ਸਾੜ ਨਹੀਂ ਸਕਦੀ ਹੈ। ਇਸੇ ਤਰ੍ਹਾਂ ਹੀ ਫਿਰ ਜਦੋਂ ਬੰਦ ਕੱਟਣ ਲੱਗੇ, ਤੇ ਚਾਹੇ ਥੋੜਾ ਕਰਕੇ ਕੱਟ ਦਿਓ, ਉਹ ਤਾਂ ਨਹੀਂ ਉਹਨਾਂ ਨੇ ਮਹਿਸੂਸ ਕੀਤਾ। ਇਸੇ ਤਰ੍ਹਾਂ ਹੀ ਫਿਰ ਆਪਾਂ ਨੂੰ ਸਮਝਾਉਂਦੇ ਵੀ ਆਪਾਂ ਵੀ ਜੇ ਹੁਣ ਜਿਉਂਦੇ ਜੀ ਮਰਨਾ ਸਿੱਖ ਲਈਏ, ਫਿਰ ਆਪਣਾ ਜਿਹੜਾ ਮਨ ਹੈ ਉਹ ਮਹਿਸੂਸ ਨਹੀਂ ਕਰੇਗਾ। ਜਿਵੇਂ ਹੁਣ ਆਪਾਂ ਨੂੰ ਤਾਂ ਜੇ ਥੋੜੀ ਜਿਹੀ ਤਕਲੀਫ ਹੁੰਦੀ ਸਰੀਰ ਦੇ ਵਿੱਚ, ਤੇ ਆਪਣਾ ਮਨ ਕਿੰਨਾ ਮਹਿਸੂਸ ਕਰਦਾ ਹੈ। ਹਾਲਾਂਕਿ ਉਹਨਾਂ ਨੇ ਕਿੰਨਾ ਉਹਨਾਂ ਨੂੰ ਦੁੱਖ ਤਕਲੀਫ ਦਿੱਤੀ ਸੰਸਾਰ ਦੇ ਜੀਵਾਂ ਨੇ, ਉਹਨਾਂ ਨੇ ਫਿਰ ਵੀ ਦੁੱਖ ਮਹਿਸੂਸ ਨਹੀਂ ਕੀਤਾ, ਸਹੀ ਦੇ ਵਿੱਚ ਰਹੀ। ਤੇ ਆਪਾਂ ਨੂੰ ਜੇ ਕੁਦਰਤੀ ਕੋਈ ਉੱਦਾਂ ਵੀ ਥੋੜੀ ਜਿਹੀ ਤਕਲੀਫ ਆਵੇ ਸਰੀਰ ਦੇ ਵਿੱਚ, ਤੇ ਸਾਡਾ ਮਨ ਕਿੰਨਾ ਮਹਿਸੂਸ ਕਰਦਾ ਹੈ। ਤੇ ਤਾਂ ਕਰਦਾ ਕਿਉਂਕਿ ਇਹਦੇ ਨਾਲ ਜੁੜਿਆ ਹੋਇਆ, ਇਹਦੇ ਨਾਲ ਮੋਹ ਪਾਇਆ ਇਹਨੇ, ਇਸ ਨੂੰ ਹੀ ਆਪਦਾ ਸਮਝਿਆ ਹੋਇਆ। ਜਦੋਂ ਇਹ ਸਰੀਰ ਨੂੰ ਆਪਾਂ ਆਪਦਾ ਸਮਝਦੇ ਹਾਂ ਬਈ ਅਸੀਂ ਸਰੀਰ ਹੀ ਹਾਂ, ਜਦੋਂ ਫਿਰ ਇਹਨੂੰ ਕੋਈ ਤਕਲੀਫ ਹੁੰਦੀ ਹੈ, ਫਿਰ ਮਨ ਆਪਦੇ ਉੱਤੇ ਲੈਂਦਾ ਹੈ ਬਈ ਮੈਨੂੰ ਆਹ ਤਕਲੀਫ ਹੋ ਗਈ ਹੈ। ਜਿਵੇਂ ਕਿਸੇ ਨੂੰ ਸਰੀਰ ਦੇ ਵਿੱਚ ਕਿਤੇ ਦਰਦ ਹੋ ਰਿਹਾ, ਤੇ ਉਹ ਕਹਿੰਦਾ ਵੀ ਮੈਨੂੰ ਇੱਥੇ ਦਰਦ ਹੋ ਰਿਹਾ, ਮੈਨੂੰ ਆਹ ਤਕਲੀਫ ਹੋ ਗਈ ਹੈ। ਤੇ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਬਈ ਜੇ ਸਾਡਾ ਮਨ ਜਿਉਂਦੇ ਜੀ ਮਰਨਾ ਸਿੱਖ ਲਵੇ ਸ਼ਬਦ ਦੁਆਰਾ, ਫਿਰ ਇਹ ਇਸ ਚੀਜ਼ ਤੋਂ ਉੱਪਰ ਉੱਠ ਜਾਂਦਾ। ਫਿਰ ਇਹ ਜੇ ਕੋਈ ਸਰੀਰ ਨੂੰ ਤਕਲੀਫ ਹੁੰਦੀ ਵੀ ਹੈ, ਫਿਰ ਮਨ ਆਪਦੇ ਉੱਤੇ ਨਹੀਂ ਲੈਂਦਾ। ਮਨ ਨੂੰ ਪਤਾ ਹੁੰਦਾ ਵੀ ਮੈਂ ਵੱਖਰਾ, ਮੇਰੇ ਗਿਆਨ ਇੰਦਰੀ ਕਰਮ ਇੰਦਰੀ ਵੱਖਰੇ ਨੇ, ਇਹ ਸਰੀਰ ਵੱਖਰਾ ਹੈ। ਫਿਰ ਇਹ ਸਰੀਰ ਦੀ ਤਕਲੀਫ ਆਪਦੇ ਤੇ ਨਹੀਂ ਲਏਗਾ, ਫਿਰ ਇਹ ਦੁਖੀ ਨਹੀਂ ਹੋਏਗਾ, ਅਸ਼ਾਂਤ ਨਹੀਂ ਹੋਏਗਾ। ਤੇ ਜਦੋਂ ਸਾਨੂੰ ਭੇਦ ਨਹੀਂ ਹੁੰਦਾ, ਇਹਦੇ ਨਾਲ ਜੁੜੇ ਆ, ਫਿਰ ਥੋੜੀ ਜਿਹੀ ਤਕਲੀਫ ਹੁੰਦੀ ਹੈ ਤੇ ਫਿਰ ਇਹ ਜ਼ਿਆਦਾ ਮਹਿਸੂਸ ਕਰਦਾ ਹੈ ਮਨ।
ਜੇ ਇਹਨੂੰ ਗਿਆਨ ਹੋਏਗਾ, ਸੋਝੀ ਹੋਏਗੀ, ਫਿਰ ਚਾਹੇ ਜ਼ਿਆਦਾ ਤਕਲੀਫ ਵੀ ਹੈ ਇਹਨੂੰ ਮਹਿਸੂਸ ਨਹੀਂ ਹੋਏਗੀ ਜ਼ਿਆਦਾ, ਫਿਰ ਇਹ ਥੋੜ੍ਹਾ ਲੈਂਦਾ ਹੈ ਆਪਦੇ ਉੱਤੇ। ਇਹੋ ਕਾਰਨ ਹੈ ਫਿਰ ਆਪਾਂ ਨੂੰ ਸਤਿਗੁਰਾਂ ਨੇ ਸਮਝਾਇਆ ਵੀ ਦੁੱਖ ਹੈ ਜਦੋਂ ਅਸੀਂ ਇਹ ਮਾਇਆ ਦੇ ਨਾਲ ਜੁੜੇ ਹਾਂ। ਮਾਇਆ ਦੁੱਖ ਹੈ, ਸਰੀਰ ਹੈ ਜਿਹੜਾ ਇਹ ਮਾਇਆ ਹੈ, ਇਹ ਦੁੱਖ ਹੈ। ਇਸੇ ਕਰਕੇ ਫਿਰ ਗੁਰਮੁਖਾਂ ਨੇ ਜਿਹੜਾ ਦੁੱਖ ਮੰਨਿਆ ਵੀ ਜਨਮ ਦੁੱਖ ਹੈ, ਮੌਤ ਦੁੱਖ ਹੈ, ਵੀ ਕਿਵੇਂ ਅਸੀਂ ਇਹ ਜਨਮ ਮਰਨ ਤੋਂ ਰਹਿਤ ਹੋਈਏ ਤਾਂ ਕਿ ਸਾਨੂੰ ਦੁਬਾਰਾ ਵਾਪਸ ਆਉਣਾ ਨਾ ਪਵੇ। ਤੇ ਆਪਾਂ ਨੂੰ ਵੀ ਫਿਰ ਇਹੋ ਸਮਝਾਉਂਦੇ ਵੀ ਜੇ ਸਾਨੂੰ ਡਰ ਲੱਗਦਾ ਹੈ ਜਨਮ ਤੋਂ, ਮੌਤ ਤੋਂ, ਫਿਰ ਆਪਾਂ ਸੰਗਤ ਕਰੀਏ ਸਾਧੂ ਜਨਾਂ ਦੀ। ਜਦੋਂ ਅਸੀਂ ਉਹਨਾਂ ਦਾ ਸੰਗ ਕਰਦੇ ਫਿਰ ਉਹ ਆਪਾਂ ਨੂੰ ਉਹ ਘਰ ਦੱਸਦੇ ਵੀ ਉੱਥੇ ਤੁਸੀਂ ਚਲੇ ਜਾਓ ਜਿੱਥੇ ਜਨਮ ਤੇ ਮੌਤ ਨਹੀਂ ਹੈ। ਮਹਾਰਾਜ ਇਸ ਲਈ ਆਪਾਂ ਨੂੰ ਫਰਮਾਉਂਦੇ, ਜੇ ਕੋ ਜਨਮ ਮਰਨ ਤੇ ਡਰੇ, ਸਾਧ ਜਨਾਂ ਕੀ ਸਰਨੀ ਪਰੇ। ਵੀ ਜਿਹਨੂੰ ਡਰ ਹੈ ਜਨਮ ਦਾ, ਮੌਤ ਦਾ, ਜਮਾ ਦਾ ਭੈ ਹੈ, ਵੀ ਪਤਾ ਨਹੀਂ ਮੈਂ ਕਿੱਥੇ ਜਾਣਾ, ਅੱਗੇ ਮੇਰੀ ਕੀ ਹਾਲਤ ਹੋਣੀ ਹੈ, ਉਹ ਕੀ ਕਰੇ, ਉਹ ਸਾਧੂ ਜਨਾਂ ਦੀ ਸ਼ਰਨ ਦੇ ਵਿੱਚ ਚਲਾ ਜਾਵੇ। ਜਦੋਂ ਅਸੀਂ ਉਹਨਾਂ ਦੀ ਸ਼ਰਨ 'ਚ ਚਲੇ ਜਾਂਦੇ ਫਿਰ ਉਹ ਆਪਾਂ ਨੂੰ ਭੇਜ ਦਿੰਦੇ ਆਪਣੇ ਅਸਲ ਘਰ ਦਾ। ਫਿਰ ਉਹ ਆਪਾਂ ਨੂੰ ਦੱਸਦੇ ਵੀ ਰਸਤੇ ਵਿੱਚ ਕਿਹੜੀਆਂ ਰੁਕਾਵਟਾਂ ਨੇ, ਕਿਵੇਂ ਅਸੀਂ ਇਹਨਾਂ ਰੁਕਾਵਟਾਂ ਨੂੰ ਪਾਸੇ ਕਰਨਾ ਹੈ, ਕੀ ਕੀ ਨਿਸ਼ਾਨੀਆਂ ਪ੍ਰਗਟ ਹੁੰਦੀਆਂ, ਤਾਂ ਕਿ ਸਾਨੂੰ ਪਤਾ ਚੱਲਦਾ ਜਾਵੇ ਕਿ ਜੋ ਸਾਡੇ ਅੰਦਰ ਦੀ ਯਾਤਰਾ ਹੈ ਉਹ ਠੀਕ ਚੱਲ ਰਹੀ ਹੈ। ਤੇ ਆਪਾਂ ਨੂੰ ਫਿਰ ਸਮਝਾਉਂਦੇ ਵੀ ਜਿਵੇਂ ਆਪਾਂ ਸੰਸਾਰ ਦੇ ਵਿੱਚ ਬਾਹਰੀ ਦੇਖਦੇ ਹਾਂ ਜੀਵ ਜਾਂਦੇ ਯਾਤਰਾ ਤੇ, ਜਦੋਂ ਯਾਤਰਾ ਤੇ ਜਾਂਦੇ ਉਸ ਸਥਾਨ ਤੇ ਜਿੱਥੇ ਉਹ ਚੱਲੇ ਨੇ ਘਰੋਂ ਜਾ ਕੇ ਉੱਥੇ ਹੋ ਆਉਂਦੇ ਨੇ ਤੇ ਕਹਿੰਦੇ ਨੇ ਵੀ ਯਾਤਰਾ ਸਾਡੀ ਸੀ ਜਿਹੜੀ ਉਹ ਸਫਲ ਹੋ ਗਈ, ਅਸੀਂ ਦਰਸ਼ਨ ਮੇਲਾ ਕਰ ਆਏ ਹਾਂ। ਹੁਣ ਇਸੇ ਤਰ੍ਹਾਂ ਹੀ ਫਿਰ ਆਪਣੇ ਅੰਦਰ ਦੀ ਯਾਤਰਾ ਹੈ। ਇਹ ਯਾਤਰਾ ਸਾਡੀ ਉਦੋਂ ਸਫਲ ਹੁੰਦੀ ਜਦੋਂ ਅਸੀਂ ਜੋ ਅੰਦਰ ਸਾਡੇ ਸਤਿਗੁਰੂ ਬੈਠੇ ਉਹਨਾਂ ਨੂੰ ਅਸੀਂ ਮਿਲ ਲੈਂਦੇ ਹਾਂ, ਉਹਨਾਂ ਨਾਲ ਅਸੀਂ ਗੱਲਬਾਤ ਕਰ ਲੈਂਦੇ ਹਾਂ, ਸਾਨੂੰ ਦਰਸ਼ਨ ਹੋ ਜਾਂਦੇ, ਫਿਰ ਇਹ ਆਪਣੀ ਜਿਹੜੀ ਯਾਤਰਾ ਉਹ ਸਫਲ ਹੋ ਜਾਂਦੀ ਹੈ। ਜਿਸ ਨੂੰ ਮਹਾਰਾਜ ਕਹਿੰਦੇ ਸਫਲ 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 ਭਈ ਯਾਤਰਾ। ਵੀ ਕਦੋਂ ਯਾਤਰਾ ਸਫਲ ਹੋਈ, ਜਦੋਂ ਅਸੀਂ ਮਾਲਕ ਨੂੰ ਮਿਲ ਗਏ, ਅੰਦਰੋਂ ਆਪਦੇ ਘਰ ਚਲੇ ਗਏ, ਜੋ ਸਾਡੇ ਅੰਦਰ ਗੁਰਦੁਆਰਾ ਬਣਾਇਆ ਹੈ, ਜੋ ਸਾਡੇ ਮਨ ਵਾਸਤੇ ਤੀਰਥ ਹੈ, ਜਦੋਂ ਅਸੀਂ ਉਹ ਤੀਰਥ ਦੇ ਵਿੱਚ ਚਲੇ ਗਏ, ਉੱਥੇ ਜਾ ਕੇ ਸਾਡਾ ਇਸ਼ਨਾਨ ਹੋ ਗਿਆ, ਫਿਰ ਅਸੀਂ ਕਹਿੰਦੇ ਵੀ ਯਾਤਰਾ ਸਫਲ ਹੋ ਗਈ। ਜਿਵੇਂ ਆਪਾਂ ਬਾਹਰ ਦੇਖਦੇ ਯਾਤਰਾ ਤੇ ਜੀਵ ਜਾਂਦੇ, ਕਹਿੰਦੇ ਵੀ ਹੁਣ ਯਾਤਰਾ ਤੇ ਆਏ ਆ ਤਾਂਹੀਓ ਸਫਲ ਹੈ ਵੀ ਸਰੋਵਰ 'ਚ ਇਸ਼ਨਾਨ ਕਰ ਲਓ। ਇਸੇ ਤਰ੍ਹਾਂ ਹੀ ਫਿਰ ਸਾਡੇ ਅੰਦਰ ਤੀਰਥ ਹੈ ਨਾਮ, ਜਿਸ ਨੂੰ ਮਹਾਰਾਜ ਕਹਿੰਦੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਦੋਂ ਫਿਰ ਆਪਾਂ ਅੰਤਰਗਤ ਤੀਰਥ ਤੇ ਜਾਂਦੇ ਹਾਂ, ਉੱਥੇ ਜਾ ਕੇ ਅਸੀਂ ਇਸ਼ਨਾਨ ਕਰਦੇ ਹਾਂ ਤੇ ਆਪਣਾ ਮਨ ਨਿਰਮਲ ਹੋ ਜਾਂਦਾ, ਤੇ ਉਦੋਂ ਕਹਿੰਦੇ ਵੀ ਯਾਤਰਾ ਸੀ ਜਿਹੜੀ ਉਹ ਸਫਲ ਹੋ ਗਈ ਹੈ। ਸੋ ਇਸੇ ਵਾਸਤੇ ਫਿਰ ਆਪਾਂ ਨੂੰ ਹੁਣ ਸਮਝਾਉਂਦੇ ਵੀ ਜਿਵੇਂ ਆਪਾਂ ਬਾਹਰ ਯਾਤਰਾ ਕਰਦੇ ਹਾਂ, ਜਾਂਦੇ ਹਾਂ, ਇਸੇ ਤਰ੍ਹਾਂ ਹੀ ਆਪਣੇ ਅੰਦਰ ਵੀ ਗੁਰਦੁਆਰਾ ਹੈ ਜਿਹਦੇ ਵਿੱਚ ਆਪਾਂ ਨੂੰ ਕਹਿੰਦੇ ਵੀ ਤੁਸੀਂ ਰੋਜ਼ ਜਾਵੋ। ਹੁਣ ਜਿਵੇਂ ਆਪਾਂ ਦ੍ਰਿਸ਼ਟ ਮਾਨ 'ਚ ਰੋਜ਼ ਗੁਰੂ ਘਰ ਜਾਂਦੇ ਹਾਂ, ਇਸੇ ਤਰ੍ਹਾਂ ਆਪਣੇ ਅੰਦਰ ਗੁਰਦੁਆਰਾ ਹੈ ਜਿਹਦੇ 'ਚ ਇੱਕ ਗੁਰਸਿੱਖ ਨੇ ਰੋਜ਼ ਜਾਣਾ ਹੈ। ਹੁਣ ਆਪਾਂ ਨੂੰ ਫਿਰ ਉਸ ਗੁਰਦੁਆਰੇ ਦਾ ਭੇਤ ਗੁਰਬਾਣੀ ਗੁਰੂ ਦੇ ਰਹੇ ਨੇ। ਜਿਵੇਂ ਮਹਾਰਾਜ ਆਪਾਂ ਨੂੰ ਸਮਝਾਉਂਦੇ ਵੀ ਜਿਹੜਾ ਇੱਕ ਗੁਰਸਿੱਖ ਹੈ, ਉਸਨੇ ਰੋਜ਼ ਜਦੋਂ ਉਹ ਸਵੇਰੇ ਉੱਠਦਾ ਹੈ, ਮਾਲਕ ਨੂੰ ਧਿਆਵੇ, ਸਿਮਰਨ ਕਰੇ, ਇਸ਼ਨਾਨ ਕਰੇ ਤੇ ਅੰਮ੍ਰਿਤਸਰ ਦੇ ਵਿੱਚ ਨਹਾਵੇ। ਇਹ ਇੱਕ ਗੁਰਸਿੱਖ ਜਿਹੜਾ ਉਸ ਦੀ ਮਹਾਰਾਜ ਰਹਿਣੀ ਬਹਿਣੀ ਦੱਸਦੇ ਨੇ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠ ਹਰਿਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਹੁਣ ਉਹ ਅੰਮ੍ਰਿਤਸਰ ਕਿੱਥੇ ਹੈ ਜਿਹਦੇ ਵਿੱਚ ਸਾਡੇ ਮਨ ਨੇ ਇਸ਼ਨਾਨ ਕਰਨਾ। ਜੇ ਹੁਣ ਅਸੀਂ ਆਪਦੇ ਘਰ ਗਏ ਹੀ ਨਹੀਂ,
ਤੇ ਸਾਨੂੰ ਪਤਾ ਹੀ ਨਹੀਂ ਵੀ ਉਹ ਅੰਮ੍ਰਿਤਸਰ ਹੈ ਕਿੱਥੇ, ਅਤੇ ਫਿਰ ਅਸੀਂ ਇਸ਼ਨਾਨ ਕਿੱਥੇ ਕਰਾਂਗੇ। ਜੇ ਅਸੀਂ ਇਸ਼ਨਾਨ ਹੀ ਨਾ ਕੀਤਾ ਤੇ ਸਾਡੇ ਮਨ ਨੇ ਧੋਤਾ ਨਹੀਂ ਜਾਣਾ, ਸਾਡੇ ਮਨ ਨੇ ਸ਼ੁੱਧ ਨਹੀਂ ਹੋਣਾ ਹੈ, ਸਾਡੇ ਮਨ ਨੇ ਮੈਲਾ ਰਹਿਣਾ ਹੈ। ਤੇ ਜੇ ਸਾਡਾ ਮਨ ਹੀ ਮੈਲਾ ਹੈ ਤੇ ਬਾਹਰੋਂ ਅਸੀਂ ਜਿੰਨਾ ਮਰਜ਼ੀ ਨਹਾਈ ਜਾਈਏ, ਇਸ ਸਰੀਰ ਨੂੰ ਜਿੰਨਾ ਮਰਜ਼ੀ ਸਾਫ਼ ਕਰ ਲਈਏ, ਫਿਰ ਸਾਰਾ ਕੁਝ ਹੀ ਮੈਲਾ ਹੈ। ਸੱਚੇ ਪਾਤਸ਼ਾਹ ਫਰਮਾਉਂਦੇ, ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ, ਬਿਰਲਾ ਬੁੱਝੇ ਕੋਈ। ਸਤਿਗੁਰ ਕਹਿੰਦੇ ਵੀ ਸੰਸਾਰ ਦੇ ਵਿੱਚ ਜੀਵ ਐਸਾ ਭਰਮ 'ਚ ਪਏ ਨੇ, ਤਨ ਨੂੰ ਤਾਂ ਇਸ਼ਨਾਨ ਕਰਾਉਂਦੇ, ਤਨ ਦੀ ਸੁੱਚਮ ਰੱਖਦੇ, ਪਰ ਮਨ ਹੈ ਜਿਹੜਾ ਉਹ ਮਨ ਮੈਲਾ ਹੈ। ਜੇ ਸਾਡਾ ਮਨ ਮੈਲਾ ਹੈ, ਅਸੀਂ ਅੰਦਰੋਂ ਤਾਂ ਝੂਠੇ ਹਾਂ, ਬਾਹਰ ਫਿਰ ਅਸੀਂ ਜਿੰਨਾ ਮਰਜ਼ੀ ਦਿਖਾਵਾ ਕਰ ਲਈਏ, ਫਿਰ ਉਹ ਵਸਤ ਜਿਸ ਨੂੰ ਮਹਾਰਾਜ ਕਹਿੰਦੇ ਅੰਦਰੋਂ ਝੂਠੇ, ਪੈਜ ਬਾਹਰ ਦੁਨੀਆ ਅੰਦਰ ਫੈਲ, 68 ਤੀਰਥ ਜੇ ਨਹਾਵੇ ਉਤਰੇ ਨਾਹੀਂ ਮੈਲ। ਬਈ ਅੰਦਰੋਂ ਤਾਂ ਝੂਠੇ ਆ, ਨਾਮ ਦੇ ਨਾਲ ਜੁੜੇ ਨਹੀਂ, ਅੰਦਰ ਝੂਠ ਹੈ। ਬਾਹਰ ਸੰਸਾਰ 'ਚ ਜਿੰਨੀ ਮਰਜ਼ੀ ਸਾਡੀ ਸ਼ੋਭਾ ਹੋ ਜੇ, ਜਿੰਨੀ ਮਰਜ਼ੀ ਵਡਿਆਈ ਹੋ ਜੇ, ਵੀ ਇਹ ਬੜੇ ਗੁਰਮੁਖ ਨੇ, ਇਹ ਬੜੇ ਤੀਰਥਾਂ ਤੇ ਜਾਂਦੇ, ਬੜੀ ਸੇਵਾ ਕਰਦੇ, ਬੜਾ ਇਹ ਪੁੰਨ ਦਾਨ ਕਰਦੇ ਨੇ, ਬਾਹਰ ਸਾਡੀ ਜਿੰਨੀ ਮਰਜ਼ੀ ਸ਼ੋਭਾ ਹੋ ਜੇ, ਵਡਿਆਈ ਹੋ ਜੇ, ਪਰ ਜੇ ਅਸੀਂ ਅੰਦਰੋਂ ਝੂਠੇ ਹਾਂ, ਅੰਦਰ ਸਾਡੇ ਮੈਲ ਹੈ, ਤੇ ਫਿਰ ਕਹਿੰਦੇ ਵੀ ਜੇ ਮਨ ਹੀ ਮੈਲਾ ਹੈ ਤੇ ਸਾਰਾ ਕੁਝ ਹੀ ਮੈਲਾ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸੁੱਚੇ ਉਹ ਨਹੀਂ ਹੈ ਜਿਹੜੇ ਸਿਰ ਬਾਹਰੋਂ ਪਿੰਡਾਂ ਧੋਂਦੇ, ਸੁੱਚੇ ਉਹ ਗੁਰਮੁਖ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਸੱਚ ਮਾਲਕ ਵਸ ਗਿਆ। ਇਸ ਲਈ ਫਰਮਾਉਂਦੇ, ਸੁੱਚੇ ਨਾ ਆਖੀਆਂ ਬਹਿਣ ਜੇ ਪਿੰਡਾਂ ਧੋਏ, ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਕਿ ਜਿਨ੍ਹਾਂ ਦੇ ਮਨ ਦੇ ਵਿੱਚ ਸੱਚ ਵਸ ਗਿਆ, ਨਾਮ ਵਸ ਗਿਆ, ਉਹ ਮਨ ਸੁੱਚੇ ਨੇ, ਉਹ ਗੁਰਮੁਖ ਸੁੱਚੇ ਨੇ। ਸੋ ਇਸ ਕਰਕੇ ਫਿਰ ਸਾਰੀ ਜਿਹੜੀ ਕਹਾਣੀ ਉਹ ਆਪਣੇ ਮਨ ਦੀ ਹੈ। ਹੁਣ ਮਨ ਹੈ ਜਿਹੜਾ ਸਾਡਾ ਪਵਿੱਤਰ ਹੁੰਦਾ, ਪਾਕ ਹੁੰਦਾ ਹੈ, ਜੋ ਸਾਡੇ ਅੰਦਰ ਨਾਮ ਚੱਲ ਰਿਹਾ ਹੈ, ਜਿਸ ਨੂੰ ਗੁਰੂ ਦਾ ਨਾਮ ਦਿੱਤਾ ਹੈ, ਸ਼ਬਦ ਗੁਰੂ। ਜੇ ਅਸੀਂ ਉਹ ਸ਼ਬਦ ਗੁਰੂ ਨੂੰ ਬੁੱਝ ਲਾਂਗੇ ਤੇ ਸਾਡਾ ਮਨ ਪਾਕ ਹੋ ਜਾਂਦਾ, ਪਵਿੱਤਰ। ਫਿਰ ਕੋਈ ਇਹਦੇ ਉੱਤੇ ਦਾਗ ਨਹੀਂ ਰਹਿੰਦਾ, ਕੋਈ ਇਹਦੇ ਉੱਤੇ ਪਾਪ ਨਹੀਂ ਰਹਿੰਦਾ ਮਨ ਦੇ ਉੱਤੇ। ਜੇ ਹੁਣ ਅਸੀਂ ਉਹ ਗੁਰੂ ਨੂੰ ਲੱਭਿਆ ਨਹੀਂ, ਸ਼ਬਦ ਨੂੰ, ਫਿਰ ਸਾਡਾ ਜਿਹੜਾ ਮਨ ਹੈ ਉਹ ਪਵਿੱਤਰ ਨਹੀਂ ਹੁੰਦਾ, ਫਿਰ ਉਹ ਨਾਪਾਕ ਹੀ ਰਹਿੰਦਾ, ਉਹ ਮੈਲਾ ਰਹਿੰਦਾ। ਇਸ ਲਈ ਸਾਨੂੰ ਸਤਿਗੁਰੂ ਸਮਝਾਉਂਦੇ, ਏਕ ਵਸਤ ਬੂਝੈ ਤਾਤੁ ਹੋਵੇ ਪਾਕ, ਬਿਨ ਬੂਝੈ ਤੂੰ ਸਦਾ ਨਾਪਾਕ। ਆਪਣੇ ਸਭ ਦੇ ਅੰਦਰ ਇਹ ਨਾਮ ਹੈ। ਜੇ ਤਾਂ ਅਸੀਂ ਉਹ ਨਾਮ ਨੂੰ ਬੁੱਝ ਲਿਆ ਤੇ ਆਪਾਂ ਪਾਕ ਹੋ ਗਏ, ਪਵਿੱਤਰ ਹੋ ਗਏ। ਜੇ ਨਹੀਂ ਲੱਭਿਆ, ਨਹੀਂ ਬੁੱਝਿਆ, ਫਿਰ ਮੈਲੇ ਆ। ਹੁਣ ਇਹ ਆਪਾਂ ਆਪੋ ਆਪਣੇ ਅੰਦਰ ਝਾਤੀ ਮਾਰਨੀ ਵੀ ਕੀ ਅਸੀਂ ਜੋ ਸਤਿਗੁਰੂ ਆਪਾਂ ਨੂੰ ਕਹਿ ਰਹੇ, ਏਕ ਵਸਤ ਬੂਝੇ, ਵੀ ਉਹ ਕਿਹੜੀ ਵਸਤੂ ਹੈ ਜਿਹਨੂੰ ਬੁੱਝ ਕੇ ਅਸੀਂ ਪਵਿੱਤਰ ਹੋਣਾ। ਕੀ ਅਸੀਂ ਉਹਨੂੰ ਬੁੱਝਿਆ ਕਿ ਜਾਂ ਨਹੀਂ ਬੁੱਝਿਆ? ਜੇ ਤਾਂ ਬੁੱਝ ਲਏ ਫਿਰ ਤਾਂ ਮਨ ਦੇ ਉੱਤੇ ਕੋਈ ਮੈਲ ਹੀ ਨਹੀਂ ਹੈ, ਤੇ ਜੇ ਮਨ ਦੇ ਉੱਤੇ ਮੈਲ ਨਹੀਂ ਤੇ ਅਸੀਂ ਦੁਖੀ ਨਹੀਂ ਹੋਵਾਂਗੇ। ਫਿਰ ਤਾਂ ਸਾਡਾ ਮਨ ਸਦਾ ਆਨੰਦ 'ਚ ਰਹੇਗਾ, ਸਦਾ ਖੇੜੇ 'ਚ ਰਹੇਗਾ, ਸੁਖੀ ਰਹੇਗਾ। ਤੇ ਜੇ ਅਸੀਂ ਨਹੀਂ ਬੁੱਝਿਆ ਤੇ ਸਾਡਾ ਮਨ ਮੈਲਾ ਹੈ, ਤੇ ਮੈਲਾ ਮਨ ਹੀ ਦੁਖੀ ਹੁੰਦਾ ਹੈ, ਮੈਲਾ ਮਨ ਹੀ ਅਸ਼ਾਂਤ ਹੁੰਦਾ ਹੈ, ਮੈਲਾ ਮਨ ਹੀ ਰੋਗੀ ਹੈ। ਸੋ ਇਹ ਹੁਣ ਆਪਾਂ ਦੇਖਣਾ ਵੀ ਕੀ ਅਸੀਂ ਰੋਗ ਰਹਿਤ ਹਾਂ ਕਿ ਜਾਂ ਅਸੀਂ ਰੋਗੀ ਹਾਂ, ਕੀ ਅਸੀਂ ਪਾਕ ਹਾਂ ਕਿ ਜਾਂ ਅਸੀਂ ਨਾਪਾਕ ਹਾਂ। ਉਹ ਫਿਰ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਹੁਣ ਇਹ ਪਹਿਚਾਣ ਦੱਸਦੇ, ਸਮਝਾਉਂਦੇ ਵੀ ਤੁਸੀਂ ਨਾਲ ਦੀ ਨਾਲ ਆਪਦੇ ਅੰਦਰ ਦੇਖੀ ਜਾਣਾ।
ਹੁਣ ਜਦੋਂ ਫਿਰ ਆਪਾਂ ਇਹ ਖੋਜੀ ਬਣ ਕੇ ਚੱਲਾਂਗੇ, ਖੋਜ ਕਰਾਂਗੇ ਆਪਣੇ ਆਪੇ ਦੀ, ਤੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਸਾਡਾ ਜਿਹੜਾ ਮਨ ਹੈ ਉਹਦੀ ਹਾਲਤ ਕੀ ਹੈ, ਕਿੱਥੇ ਸਾਡਾ ਮਨ ਬੈਠਾ ਹੈ। ਤੇ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਪਵਿੱਤਰ ਹੋਣਾ ਚਾਹੁੰਦੇ ਹੋ ਫਿਰ ਉਹ ਵਸਤੂ ਨੂੰ ਆਪਦੇ ਅੰਦਰੋਂ ਲੱਭੋ। ਹੁਣ ਜੇ ਕਿਤੇ ਅਸੀਂ ਬਾਹਰੋਂ ਲੱਭਣੀ ਹੋਵੇ ਫਿਰ ਤਾਂ ਔਖਾ ਹੈ ਵੀ ਬਾਹਰ ਹੁਣ ਐਡਾ ਵੱਡਾ ਬ੍ਰਹਿਮੰਡ ਹੈ, ਕਿੱਥੋਂ ਲੱਭੀਏ, ਕਿੱਥੋਂ ਖੋਜੀਏ। ਹੁਣ ਆਪਾਂ ਨੂੰ ਫਿਰ ਸਮਝਾ ਦਿੱਤਾ ਵੀ ਇਹ ਜਿਹੜਾ ਆਪਣੀ ਕਾਇਆ ਹੈ, ਸਰੀਰ, ਸਾਰਾ ਕੁਝ ਇਸ ਦੇ ਅੰਦਰ ਹੀ ਆਪਾਂ ਨੂੰ ਦੱਸ ਦਿੱਤਾ ਵੀ ਜਿਵੇਂ ਇਹ ਬ੍ਰਹਿਮੰਡ ਦਾ ਨਕਸ਼ਾ ਬਣਾ ਦਿੱਤਾ। ਜਿਵੇਂ ਆਪਾਂ ਦੇਖਦੇ ਹਾਂ ਪੂਰੇ ਵਰਲਡ ਦਾ ਨਕਸ਼ਾ ਹੁੰਦਾ, ਛੋਟਾ ਜਿਹਾ ਉਹ ਨਕਸ਼ਾ ਆਪਾਂ ਨੂੰ ਬਣਾ ਕੇ ਦੇ ਦਿੰਦੇ ਤੇ ਆਪਾਂ ਨੂੰ ਉਹਦੇ ਤੋਂ ਹੀ ਪਤਾ ਲੱਗ ਜਾਂਦਾ ਵੀ ਕਿੱਥੇ ਕਿੱਥੇ ਕੀ ਕੀ ਕੁਝ ਹੈਗਾ ਹੈ। ਇਸੇ ਤਰ੍ਹਾਂ ਹੀ ਫਿਰ ਇਹ ਜਿਹੜਾ ਆਪਣਾ ਸਰੀਰ ਹੈ, ਇਸ ਨੂੰ ਪਿੰਡਾ ਕਹਿੰਦੇ, ਪਿੰਡ। ਜੋ ਆਪਾਂ ਬਾਹਰ ਦੇਖਦੇ ਬ੍ਰਹਿਮੰਡ ਦੇ ਵਿੱਚ ਖੰਡ ਮੰਡਲ, ਚੰਦ, ਸੂਰਜ, ਤਾਰੇ, ਇਹ ਸਾਰਾ ਕੁਝ ਆਪਾਂ ਨੂੰ ਬਾਹਰ ਬ੍ਰਹਿਮੰਡ 'ਚ ਨਜ਼ਰ ਆਉਂਦਾ ਹੈ। ਉਹੀ ਉਹ ਸਾਰਾ ਕੁਝ ਆਪਣੇ ਇਸ ਪਿੰਡ ਦੇ ਵਿੱਚ ਵੀ ਹੈ। ਮਹਾਰਾਜ ਫਰਮਾਉਂਦੇ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਵੀ ਤੁਸੀਂ ਜੋ ਬ੍ਰਹਿਮੰਡ 'ਚ ਦੇਖ ਰਹੇ ਹੋ ਉਹੀਓ ਤੁਹਾਡੇ ਇਸ ਪਿੰਡ ਦੇ ਵਿੱਚ ਹੈ, ਤੁਸੀਂ ਇਸ ਪਿੰਡ ਦੀ ਖੋਜ ਕਰ ਲਓ। ਜੇ ਆਪਾਂ ਇਸ ਪਿੰਡੇ ਦੀ ਖੋਜ ਕਰ ਲਈ, ਸਮਝ ਲਓ ਅਸੀਂ ਪੂਰੇ ਬ੍ਰਹਿਮੰਡ ਦੀ ਖੋਜ ਕਰ ਲਈ, ਕਿਉਂਕਿ ਇਹ ਸਾਡਾ ਪੂਰਾ ਬ੍ਰਹਿਮੰਡ ਹੀ ਹੈ ਇਹਦੇ ਅੰਦਰ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਹੁਣ ਅਸੀਂ ਖੋਜਣਾ ਕੀ ਹੈ, ਇਸ ਬ੍ਰਹਿਮੰਡ ਦੇ ਵਿੱਚੋਂ ਨਾਮ ਦੀ ਖੋਜ ਕਰਨੀ ਹੈ। ਤੇ ਆਪਾਂ ਨੂੰ ਫਿਰ ਸਮਝਾਉਂਦੇ ਵੀ ਜਦੋਂ ਅਸੀਂ ਖੋਜੀ ਬਣ ਕੇ ਚੱਲਾਂਗੇ, ਅੰਦਰੋਂ ਲੱਭਾਂਗੇ ਤੇ ਫਿਰ ਸਾਨੂੰ ਅੰਦਰੋਂ ਹੀ ਮਿਲਣਾ ਹੈ। ਇਸ ਲਈ ਫਿਰ ਆਪਾਂ ਨੂੰ ਦੱਸਦੇ ਵੀ ਜੇ ਅਸੀਂ ਬਾਹਰ ਮੁਖੀ ਹਾਂ, ਅਸੀਂ ਬਾਹਰੋਂ ਲੱਭਦੇ ਹਾਂ ਤੇ ਅਸੀਂ ਭਰਮ ਦੇ ਵਿੱਚ। ਮਹਾਰਾਜ ਫਰਮਾਉਂਦੇ ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਆਪਣੇ ਮਨ ਨੂੰ ਕਹਿੰਦੇ ਵੀ ਤੇਰੇ ਅੰਦਰ ਹੀ ਨਿਧਾਨ ਹੈ। ਨਿਧਾਨ ਹੁੰਦਾ ਹੈ ਖਜ਼ਾਨਾ, ਨਾਮ ਨੂੰ ਨਿਧਾਨ ਵੀ ਆਖੀਏ। ਮਨ ਨੂੰ ਕਹਿੰਦੇ ਤੇਰੇ ਅੰਦਰ ਹੀ ਖਜ਼ਾਨਾ ਪਿਆ ਹੈ, ਨਿਧਾਨ ਤੋਂ ਬਾਹਰ ਕੀ ਲੱਭਦਾ ਹੈ, ਬਾਹਰ ਤੇ ਭਰਮ ਹੈ। ਸੱਚੇ ਪਾਤਸ਼ਾਹ ਕਹਿੰਦੇ ਇਹ ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਤੂੰ ਬਾਹਰ ਵਸਤ ਨਾ ਭਾਲ। ਕਿ ਤੂੰ ਬਾਹਰੋਂ ਨਾ ਭਾਲ, ਤੇਰੇ ਅੰਦਰ ਖਜ਼ਾਨਾ ਪਿਆ, ਮਾਲਕ ਨੇ ਤੇਰੇ ਸਾਰਾ ਕੁਝ ਅੰਦਰ ਹੀ ਰੱਖਿਆ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਤਾਂ ਬਾਹਰੋਂ ਲੱਭਣਾ ਹੋਵੇ ਤੇ ਮੁਸ਼ਕਲ ਹੈ। ਹੁਣ ਆਪਾਂ ਅੰਦਰ ਦੀ ਖੋਜ ਕਰਨੀ, ਆਪਣਾ ਸਰੀਰ ਇਹ ਬ੍ਰਹਿਮੰਡ ਹੈ ਤੇ ਅਸੀਂ ਆਪੋ ਆਪਣੇ ਬ੍ਰਹਿਮੰਡ ਦੀ ਖੋਜ ਕਰਨੀ। ਜਿੰਨੀ ਅਸੀਂ ਖੋਜ ਕਰਾਂਗੇ ਉਨਾ ਹੀ ਅਸੀਂ ਸੁਖੀ ਹੋ ਜਾਵਾਂਗੇ, ਉਨਾ ਹੀ ਸਾਨੂੰ ਭੇਤ ਆ ਜਾਏਗਾ ਸਾਡੇ ਅੰਦਰ ਦਾ। ਇਹ ਹੁਣ ਆਪਣੇ ਤੇ ਮਨਸਰ ਹੈ ਵੀ ਅਸੀਂ ਕਿੰਨੀ ਕੁ ਖੋਜ ਕਰਦੇ ਹਾਂ। ਫਿਰ ਇਹ ਖੋਜ ਕਿਵੇਂ ਹੁੰਦੀ ਹੈ, ਜਿਹੜਾ ਇਹ ਆਪਾਂ ਹੁਣ ਸਿਮਰਨ ਕਰਦੇ ਹਾਂ, ਸ਼ਬਦ ਦੀ ਕਮਾਈ ਕਰਦੇ ਹਾਂ, ਇਹ ਸਿਮਰਨ ਕਰ ਕਰਕੇ ਫਿਰ ਇਹ ਆਪਾਂ ਇਸ ਅੰਦਰ ਦੀ ਖੋਜ ਕਰਨੀ ਹੈ। ਇਸ ਲਈ ਮਹਾਰਾਜ ਕਹਿੰਦੇ ਜਿਹੜੇ ਫਿਰ ਗੁਰਮੁਖੀ ਖੋਜ ਕਰਦੇ ਉਹ ਵਡਭਾਗੀ, ਉਹ ਵੱਡੇ ਭਾਗਾਂ ਵਾਲੇ ਨੇ। ਕਿਵੇਂ ਖੋਜ ਕਰਦੇ? ਕਹਿੰਦੇ ਖੋਜ ਤੇ ਵਡਭਾਗੀ ਰਾਮ ਰਾਮ ਬੋਲ ਬੋਲ। ਵੀ ਇਹ ਸਿਮਰਨ ਕਰ ਕਰਕੇ ਫਿਰ ਉਹ ਅੰਦਰ ਦੀ ਖੋਜ ਕਰਦੇ, ਆਪਣੇ ਉਸ ਘਰ ਦੀ ਖੋਜ ਕਰਦੇ, ਗੁਰਦੁਆਰੇ ਦੀ ਖੋਜ ਕਰਦੇ। ਫਿਰ ਜੋ ਗੁਰਦੁਆਰੇ ਦਾ ਦਰਵਾਜ਼ਾ ਹੈ ਉਸ ਦਰ ਨੂੰ ਲੱਭਦੇ ਤੇ ਫਿਰ ਉਸ ਦਰ ਦੇ ਉੱਤੇ ਆਸਣ ਲਾ ਕੇ ਬੈਠਦੇ ਤੇ ਫਿਰ ਉਹ ਗੁਰਦੁਆਰੇ ਦੇ ਅੰਦਰ ਪ੍ਰਵੇਸ਼ ਹੁੰਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਆਪਣੇ ਅੰਦਰ ਗੁਰਦੁਆਰਾ ਹੈ ਜਿਹਦੇ ਵਿੱਚ ਅਸੀਂ ਜਾਣਾ ਤੇ ਉੱਥੇ ਪ੍ਰਕਾਸ਼ ਰੂਪ ਸਤਿਗੁਰੂ ਨੇ ਜਿਨ੍ਹਾਂ ਦੇ ਅਸੀਂ ਦਰਸ਼ਨ ਕਰਨੇ ਨੇ। ਮਹਾਰਾਜ ਸਮਝਾਉਂਦੇ ਆਪਾਂ ਨੂੰ ਗੁਰਦੁਆਰੇ ਲਾਏ ਭਾਵਨੀ, ਏਕਣਾ ਦਸਵਾਂ ਦਵਾਰ ਦਿਖਾਇਆ। ਆਪਾਂ ਨੂੰ ਕਹਿੰਦੇ ਵੀ ਉਸ ਗੁਰਦੁਆਰੇ ਦੇ ਵਿੱਚ ਸਤਿਗੁਰੂ ਬੈਠੇ ਜਿੱਥੇ ਦਿਨ ਰਾਤ ਲਗਾਤਾਰ ਮਾਲਕ ਦੀ ਕੀਰਤੀ ਹੋ ਰਹੀ ਹੈ। ਜਿਵੇਂ ਆਪਾਂ ਦੇਖਦੇ ਹਾਂ ਵੀ ਬਾਹਰ ਗੁਰੂ ਘਰਾਂ ਦੇ ਵਿੱਚ ਤਾਂ
ਆਪਾਂ ਫਿਰ ਰਾਤ ਨੂੰ ਸਮਾਪਤੀ ਕਰ ਦਿੰਦੇ ਹਾਂ, ਕੁਝ ਸਮਾਂ ਸੁਬਾਹ ਫਿਰ ਸ਼ੁਰੂ ਕਰ ਲੈਂਦੇ ਹਾਂ। ਪਰ ਜੋ ਆਪਣਾ ਅੰਦਰ ਗੁਰਦੁਆਰਾ ਹੈ ਉੱਥੇ ਬੰਦ ਹੁੰਦਾ ਹੀ ਨਹੀਂ, ਉੱਥੇ ਦਿਨ ਰਾਤ ਕੀਰਤਨ ਹੁੰਦਾ ਹੀ ਰਹਿੰਦਾ ਹੈ। ਇਸ ਲਈ ਸੱਚੇ ਪਾਤਸ਼ਾਹ ਪੁੱਛਦੇ ਗੁਰਮੁਖਾਂ ਤੋਂ ਵੀ ਸਾਨੂੰ ਉਹ ਸਥਾਨ ਦੱਸੋ ਵੀ ਜਿੱਥੇ ਦਿਨ ਰਾਤ ਮਾਲਕ ਦਾ ਕੀਰਤਨ ਹੋ ਰਿਹਾ ਹੈ। ਮਹਾਰਾਜ ਕਹਿੰਦੇ ਸੋ ਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਵੀ ਜੇ ਤੁਸੀਂ ਉਸ ਸਥਾਨ ਨੂੰ ਜਾਣਦੇ ਹੋ, ਜੇ ਤੁਸੀਂ ਉਹ ਸਥਾਨ ਦੇਖਿਆ ਹੈ, ਤੇ ਸਾਨੂੰ ਵੀ ਉਸ ਸਥਾਨ ਬਾਰੇ ਦੱਸੋ ਵੀ ਜਿੱਥੇ ਲਗਾਤਾਰ ਮਾਲਕ ਦਾ ਕੀਰਤਨ ਹੋ ਰਿਹਾ, ਵੀ ਉਹ ਥਾਂ ਕਿੱਥੇ ਹੈ, ਉਹ ਗੁਰਦੁਆਰਾ ਕਿੱਥੇ ਹੈ, ਤਾਂ ਕਿ ਅਸੀਂ ਵੀ ਉੱਥੇ ਜਾਈਏ ਤੇ ਦਿਨ ਰਾਤ ਉਹ ਮਾਲਕ ਦਾ ਕੀਰਤਨ ਸੁਣੀਏ। ਫਿਰ ਆਪਾਂ ਨੂੰ ਸਮਝਾਉਂਦੇ ਵੀ ਉਹ ਫਿਰ ਕੀਰਤਨ ਹੋ ਰਿਹਾ ਆਪਣੇ ਅੰਦਰ ਗੁਰਦੁਆਰੇ ਦੇ ਵਿੱਚ। ਇਸੇ ਨੂੰ ਹੀ ਫਿਰ ਜੋ ਮਾਲਕ ਦੀ ਆਵਾਜ਼ ਹੈ, ਨਾਮ, ਇਹ ਮਾਲਕ ਬੋਲ ਰਿਹਾ ਅਨਹਦ ਬਾਣੀ ਜੋ ਸਾਡੇ ਅੰਦਰ ਚੱਲ ਰਹੀ ਹੈ, ਇਸ ਨੂੰ ਫਿਰ ਕਥਾ ਵੀ ਕਹਿ ਦਿੱਤਾ। ਵੀ ਪਰਮਾਤਮਾ ਜੋ ਹਰੀ ਹੈ ਉਹ ਸਾਡੇ ਅੰਦਰ ਹੀ ਕਥਾ ਕਰਦੇ ਨੇ। ਮਾਲਕ ਦੀ ਜਿਹੜੀ ਕਥਾ ਉਹ ਕੀ ਹੈ? ਅਨਹਦ ਬਾਣੀ, ਹਰ ਕੀ ਕਥਾ ਅਨਾਹਦ ਬਾਣੀ। ਹੁਣ ਇਹ ਜਿਹੜੀ ਕਥਾ, ਇਹ ਜਿਹੜਾ ਕੀਰਤਨ ਹੋ ਰਿਹਾ ਸਾਡੇ ਅੰਦਰ, ਇਸ ਕਥਾ ਨੂੰ ਸਭ ਤੋਂ ਉੱਤਮ ਕਥਾ ਆਖੀਏ, ਜਿਹਨੂੰ ਸੁਣਨ ਦੇ ਨਾਲ ਸਾਡੇ ਮਨ ਦੇ ਜਿਹੜੇ ਦੁੱਖ ਰੋਗ ਨੇ ਇਹ ਸਾਰੇ ਖਤਮ ਹੋ ਜਾਂਦੇ। ਇਸੇ ਪਰਸਾਏ ਮਹਾਰਾਜ ਕਹਿੰਦੇ ਨੇ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ। ਬਈ ਸਾਡੇ ਦੁੱਖ ਦਰਦ ਕਲਾ ਕਲੇਸ਼ ਇਹ ਸਾਰੇ ਮਨ ਦੇ ਖਤਮ ਹੋ ਜਾਂਦੇ ਜਦੋਂ ਆਪਾਂ ਉਹ ਕਥਾ ਨੂੰ ਸਰਵਣ ਕਰਦੇ ਹਾਂ, ਉਹਨੂੰ ਸੁਣਦੇ ਹਾਂ। ਹੁਣ ਉਹ ਜਿਹੜੀ ਕਥਾ ਆਪਣੇ ਅੰਦਰ ਹੋ ਰਹੀ, ਮਾਲਕ ਬੋਲ ਰਿਹਾ, ਉਹ ਬੜਾ ਮਿੱਠਾ ਬੋਲਦਾ, ਉਹ ਬੜਾ ਪਿਆਰਾ ਬੋਲਦਾ ਹੈ। ਇਸ ਲਈ ਮਹਾਰਾਜ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਭਾਮੀ ਮੋਰਾ। ਉਹ ਸਦਾ ਮਿੱਠਾ ਹੀ ਬੋਲਦਾ ਹੈ, ਉਹਨੂੰ ਕਦੇ ਕੌੜਾ ਬੋਲਣਾ ਹੀ ਨਹੀਂ ਆਉਂਦਾ। ਤੇ ਜਿਹੜਾ ਫਿਰ ਉਸ ਮਿੱਠ ਬੋਲੜੇ ਨੂੰ ਸੁਣਦਾ ਹੈ ਉਹ ਵੀ ਮਿੱਠ ਬੋਲੜਾ ਹੋ ਜਾਂਦਾ ਹੈ। ਜਿਹੜੇ ਗੁਣ ਮਾਲਕ 'ਚ ਨੇ ਉਹੀਓ ਗੁਰਮੁਖਾਂ ਦੇ ਅੰਦਰ ਆ ਜਾਂਦੇ ਨੇ। ਜਿਵੇਂ ਆਪਾਂ ਦੇਖਦੇ ਸੰਸਾਰ ਦੇ ਵਿੱਚ ਵੀ ਬਈ ਜੀਵ ਜਿਹਦਾ ਸੰਗ ਕਰਦਾ ਹੈ ਉਹ ਉਦਾਂ ਦਾ ਹੀ ਹੋ ਜਾਂਦਾ ਹੈ, ਉਹਦੇ ਉੱਤੇ ਉਦਾਂ ਦਾ ਹੀ ਰੰਗ ਚੜ ਜਾਂਦਾ ਹੈ। ਤੇ ਜਦੋਂ ਆਪਾਂ ਸੰਗ ਕਰਾਂਗੇ ਸਤਿਗੁਰੂ ਦਾ, ਮਾਲਕ ਦਾ, ਸਾਡੇ ਉੱਤੇ ਉਹਦਾ ਰੰਗ ਚੜ ਜਾਏਗਾ, ਪਰਮਾਤਮਾ ਦਾ ਨਾਮ ਦਾ ਰੰਗ ਚੜ ਜਾਏਗਾ। ਇਸੇ ਕਰਕੇ ਫਿਰ ਜਦੋਂ ਆਪਾਂ ਉਹਨਾਂ ਗੁਰਮੁਖਾਂ ਦਾ ਸੰਗ ਕਰਦੇ ਹਾਂ ਜਿਨ੍ਹਾਂ ਦੇ ਉੱਤੇ ਇਹ ਨਾਮ ਦਾ ਰੰਗ ਚੜਿਆ, ਜਿਨ੍ਹਾਂ ਨੂੰ ਸੰਤ ਸਾਧੂ ਕਹਿੰਦੇ, ਜਦੋਂ ਆਪਾਂ ਉਹਨਾਂ ਦਾ ਸੰਗ ਕਰਦੇ ਉਹੀਓ ਰੰਗ ਆਪਣੇ ਉੱਤੇ ਵੀ ਚੜ ਜਾਂਦਾ ਹੈ। ਫਿਰ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ, ਤਿੰਨੀ ਬ੍ਰਹਮ ਵਿਚਾਰਿਆ ਜੀਓ। ਬਈ ਜਿਨ੍ਹਾਂ ਨੂੰ ਸਾਧੂ ਜਨਾਂ ਦਾ ਸੰਗ ਹੋ ਗਿਆ ਉਹਨਾਂ ਦੇ ਮਨ ਦੇ ਉੱਤੇ ਨਾਮ ਦਾ ਰੰਗ ਚੜ ਜਾਂਦਾ ਹੈ। ਫਿਰ ਉਹ ਸਾਧੂ ਜਨ ਆਪ ਬ੍ਰਹਮ ਦਾ ਗਿਆਨ ਆਪਾਂ ਨੂੰ ਦਿੰਦੇ, ਤੇ ਜਿਹੜਾ ਫਿਰ ਉਹਨਾਂ ਦਾ ਸੰਗ ਕਰਦਾ ਉਹ ਵੀ ਬ੍ਰਹਮ ਦਾ ਜਿਹੜਾ ਗਿਆਨ ਹੈ ਉਹ ਅੱਗੇ ਦੱਸਣ ਲੱਗ ਜਾਂਦਾ। ਇਸ ਵਾਸਤੇ ਫਿਰ ਉਹ ਬ੍ਰਹਮ ਦੀ ਵਿਚਾਰ ਜਿਹੜੀ ਕਰਨੀ ਸ਼ੁਰੂ ਕਰ ਦਿੰਦੇ ਜਿਨ੍ਹਾਂ ਨੂੰ ਸਾਧੂ ਜਨਾਂ ਦਾ ਸੰਗ ਹੋ ਜਾਂਦਾ ਹੈ। ਇਸ ਵਾਸਤੇ ਫਿਰ ਜਦੋਂ ਆਪਾਂ ਨੂੰ ਉਹਨਾਂ ਦਾ ਸੰਗ ਹੁੰਦਾ ਫਿਰ ਆਪਣੇ ਤੇ ਨਾਮ ਤੇ ਸੱਚ ਦਾ ਰੰਗ ਚੜ੍ਹਦਾ ਹੈ। ਜਦੋਂ ਆਪਾਂ ਸੰਗ ਕਰਦੇ ਹਾਂ ਐਸੇ ਜੀਵਾਂ ਦਾ ਜਿਨ੍ਹਾਂ ਨੂੰ ਨਾ ਤਾਂ ਸੱਚ ਦਾ ਪਤਾ ਹੈ ਨਾ ਨਾਮ ਦਾ ਪਤਾ ਹੈ, ਉਹਨਾਂ ਉੱਤੇ ਫਿਰ ਜਿਹੜਾ ਰੰਗ ਚੜਿਆ ਹੁੰਦਾ ਉਹ ਹੁੰਦਾ ਮਾਇਆ ਦਾ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਹਉਮੈ ਦਾ ਇਹ ਰੰਗ ਚੜਿਆ ਹੁੰਦਾ।
ਜਦੋਂ ਇਹ ਰੰਗ ਚੜਿਆ ਜੀਵ ਦੇ ਉੱਤੇ, ਉਹਦੇ ਬੋਲਣ ਤੋਂ ਪਤਾ ਲੱਗ ਜਾਏਗਾ। ਉਹ ਹੰਕਾਰ ਚ ਬੋਲੇਗਾ, ਹਉਮੈ ਚ ਬੋਲੇਗਾ, ਫਿੱਕਾ ਬੋਲੇਗਾ। ਤੇ ਇਸ ਵਾਸਤੇ ਜਦੋਂ ਗੁਰਮੁਖ ਜਿਨ੍ਹਾਂ ਨੂੰ ਮਾਲਕ ਦਾ ਸੰਗ ਹੋਏ, ਉਹ ਜਦੋਂ ਬੋਲਣਗੇ ਉਹ ਸਹਿਜ ਚ ਬੋਲਣਗੇ, ਮਾਲਕ ਦੇ ਗੁਣ ਗਾਉਣਗੇ, ਨਿਮਰਤਾ ਚ ਰਹਿਣਗੇ, ਨਿਮਾਣੇ ਬਣ ਕੇ ਰਹਿਣਗੇ। ਇਸ ਕਰਕੇ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਜੀਵ ਦੇ ਉੱਤੇ ਕਿਹੜਾ ਰੰਗ ਚੜਿਆ। ਮਾਇਆ ਦਾ ਰੰਗ ਚੜਿਆ ਫਿੱਕਾ, ਕੁਸੁੰਭ ਦਾ ਰੰਗ ਚੜਿਆ, ਕਿ ਜਾਂ ਪੱਕਾ ਮਜੀਠ ਦਾ ਰੰਗ ਚੜਿਆ। ਜਿਹੜਾ ਮਾਇਆ ਦਾ ਰੰਗ, ਇਹਨੂੰ ਕੱਚਾ ਰੰਗ ਕਹਿੰਦੇ ਕੁਸੁੰਭ ਦਾ, ਇਹ ਥੋੜਾ ਸਮਾਂ ਰਹਿੰਦਾ ਹੈ, ਇਹ ਲੱਥ ਜਾਂਦਾ ਹੈ। ਮਹਾਰਾਜ ਕਹਿੰਦੇ ਕੱਚਾ ਰੰਗ ਕੁਸੁੰਭ ਕਾ, ਥੋੜੜਿਆਂ ਦਿਨ ਚਾਰ। ਜਿਹੜਾ ਇਹ ਨਾਮ ਦਾ ਰੰਗ, ਇਹ ਮਜੀਠ ਦਾ ਰੰਗ ਹੈ, ਪੱਕਾ ਰੰਗ ਹੈ। ਇਸ ਨੂੰ ਲਾਲ ਰੰਗ ਕਹਿੰਦੇ, ਗੂੜਾ ਰੰਗ। ਜਿਨ੍ਹਾਂ ਦੇ ਉੱਤੇ ਚੜ ਗਿਆ ਫਿਰ ਉਹਨਾਂ ਨੂੰ ਕਹਿੰਦੇ ਵੀ ਉਹ ਨੇ ਸੰਸਾਰ ਦੇ ਵਿੱਚ ਸੂਰਮੇ। ਮਹਾਰਾਜ ਕਹਿੰਦੇ ਜਾ ਕੋ ਹਰ ਰੰਗ ਲਾਗਿਓ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਵੀ ਇੱਕ ਤਾਂ ਮਾਇਆ ਦਾ ਰੰਗ ਚੜਿਆ, ਉਹਨੂੰ ਤਾਂ ਮਨਮੁਖ ਕਹਿੰਦੇ, ਉਹਨੂੰ ਕਾਇਰ ਕਹਿੰਦੇ। ਜਿਨ੍ਹਾਂ ਦੇ ਨਾਮ ਦਾ ਰੰਗ ਚੜਿਆ ਸੱਚ ਦਾ, ਉਹਨਾਂ ਨੂੰ ਸੂਰਮੇ ਕਹਿੰਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਵੀ ਸੂਰਮੇ ਬਣੋ। ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸਿਮਰਨ ਕਰੋ, ਸਤ ਸੰਗਤ ਕਰੋ, ਸੱਚ ਤੇ ਨਾਮ ਦਾ ਰੰਗ ਹੈ ਜਿਹੜਾ ਮਨ ਦੇ ਉੱਤੇ ਉਹ ਚੜਾਓ। ਹੁਣ ਉਹ ਰੰਗ ਸਾਡੇ ਉੱਤੇ ਤਾਈਓ ਚੜੇਗਾ ਜਿਉਂ ਜਿਉਂ ਅਸੀਂ ਸੰਗ ਕਰਾਂਗੇ, ਨਾਮ ਦਾ ਸੰਗ ਕਰਾਂਗੇ। ਨਾਮ ਦਾ ਸੰਗ ਹੁੰਦਾ ਸੁਣ ਸੁਣ ਕੇ, ਮਾਲਕ ਬੋਲ ਰਿਹਾ ਉਹਨੂੰ ਸੁਣਨਾ, ਉਸਦੀ ਆਵਾਜ਼ ਨੂੰ, ਤੇ ਨਾਮ ਦਾ ਸੰਗ ਹੋ ਗਿਆ। ਪਰਮਾਤਮਾ ਦਾ ਸੰਗ ਕਰਾਂਗੇ, ਵਾਹਿਗੁਰੂ ਜੀ ਦਾ। ਮਾਲਕ ਦਾ ਸੰਗ ਹੁੰਦਾ ਉਹਨੂੰ ਦੇਖ ਦੇਖ ਕੇ, ਜਿਉਂ ਜਿਉਂ ਦੇਖੀ ਜਾਵਾਂਗੇ ਮਾਲਕ ਦਾ ਸੰਗ ਹੋ ਗਿਆ, ਤੇ ਪਰਮਾਤਮਾ ਦਾ ਸੱਚ ਦਾ ਰੰਗ ਚੜ੍ਹਦਾ ਜਾਏਗਾ ਮਨ ਦੇ ਉੱਤੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਦਰਗਾਹ 'ਚ ਥਾਂ ਭਾਲਦੇ ਹੋ, ਆਪਾਂ ਚਾਹੁੰਦੇ ਹਾਂ ਵੀ ਅਸੀਂ ਜਨਮ ਮਰਨ ਦੇ ਗੇੜ ਤੋਂ ਰਹਿਤ ਹੋ ਜਾਈਏ, ਦੁਬਾਰਾ ਨਾ ਵਾਪਸ ਆਈਏ ਇਸ ਸੰਸਾਰ ਦੇ ਵਿੱਚ। ਫਿਰ ਆਪਣੇ ਮਨ ਦੀ ਇਹ ਅਵਸਥਾ ਹੋਣੀ ਚਾਹੀਦੀ ਸਾਡੀ, ਸਾਹਮਣੇ ਆਪਾਂ ਸਤਿਗੁਰ ਦੀ ਸੇਵਾ ਕਰੀਏ, ਨਜ਼ਰਾਂ ਦੁਆਰਾ ਦੇਖ ਦੇਖ ਕੇ, ਕੰਨਾਂ ਦੁਆਰਾ ਨਾਮ ਨੂੰ ਸੁਣੀਏ, ਅੰਤਰਗਤੋਂ ਸ਼ਬਦ ਗੁਰੂ ਦੀ ਆਰਾਧਨਾ ਕਰੀਏ ਸੁਣ ਸੁਣ ਕੇ, ਮੁਖ ਦੁਆਰਾ ਜਪੀਏ, ਤੇ ਸਾਨੂੰ ਜਿਉਂਦੇ ਜੀ ਦਰਗਾਹ ਦੇ ਵਿੱਚ ਥਾਂ। ਮਹਾਰਾਜ ਫਰਮਾਉਂਦੇ ਅੰਤਰ ਗੁਰ ਆਰਾਧਨਾ, ਜੇਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਬਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ, ਦਰਗੇ ਪਾਈਏ ਠਾਉ। ਫਿਰ ਆਪਾਂ ਨੂੰ ਦਰਗਾਹ ਦੇ ਵਿੱਚ ਥਾਂ ਹੈ। ਸੰਸਾਰ ਦੀ ਕੋਈ ਵੀ ਐਸੀ ਤਾਕਤ ਨਹੀਂ ਹੈ ਜਿਹੜੀ ਆਪਾਂ ਨੂੰ ਫਿਰ ਦਰਗਾਹ ਦੇ ਵਿੱਚ ਆਉਣ ਜਾਣ ਤੋਂ ਰੋਕ ਸਕੇ। ਪਰ ਇਹ ਸਾਡੇ ਮਨ ਦੀ ਅਵਸਥਾ ਹੋਣੀ ਚਾਹੀਦੀ ਹੈ। ਜਦੋਂ ਹੋ ਗਈ, ਸਾਹਮਣੇ ਆਪਾਂ ਮਾਲਕ ਨੂੰ ਦੇਖ ਰਹੇ ਹਾਂ, ਕੰਨਾਂ ਦੁਆਰਾ ਉਸ ਦੀ ਆਵਾਜ਼ ਨੂੰ ਸੁਣ ਰਹੇ ਹਾਂ, ਅੰਤਰਗਤ ਅਭਿਆਸ ਕਰ ਰਹੇ ਹਾਂ, ਫਿਰ ਆਪਾਂ ਨੂੰ ਥਾਂ ਹੈ। ਜੇ ਹੁਣ ਜੀਵ ਦੀ ਅਵਸਥਾ ਤਾਂ ਬਣੀ ਨਹੀਂ, ਨਾ ਉਹਨੇ ਸੰਗਤ ਕੀਤੀ ਹੈ, ਨਾ ਉਹ ਗੁਰੂ ਦੀ ਸ਼ਰਨ 'ਚ ਗਿਆ ਹੈ, ਉਹ ਦੇਹ ਛੱਡਦਾ ਹੈ। ਦੇਹ ਛੱਡਣ ਤੋਂ ਮਗਰੋਂ ਅਸੀਂ ਆਖੀਏ ਵੀ ਇਹਨੂੰ ਆਪਦੇ ਚਰਨਾਂ 'ਚ ਥਾਂ ਦਿਓ, ਇਹਨੂੰ ਦਰਗਾਹ 'ਚ ਥਾਂ ਦਿਓ। ਇਸ ਤਰ੍ਹਾਂ ਕਿਸੇ ਨੂੰ ਦਰਗਾਹ ਦੇ ਵਿੱਚ ਥਾਂ ਨਹੀਂ ਮਿਲਦੀ, ਕਿਸੇ ਨੂੰ ਚਰਨਾਂ 'ਚ ਨਿਵਾਸ ਨਹੀਂ ਮਿਲਦਾ ਕਿਸੇ ਦੀ ਸਿਫਾਰਿਸ਼ ਦੇ ਉੱਤੇ। ਉਹਦੇ ਵਾਸਤੇ ਸਾਨੂੰ ਖੁਦ ਘਾਲਣੀ ਪੈਂਦੀ, ਸਾਨੂੰ ਮਿਹਨਤ ਕਰਨੀ ਪੈਂਦੀ, ਅਭਿਆਸ ਕਰਨਾ ਪੈਂਦਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਕੱਲਾ ਗੱਲਾਂ ਦੇ ਨਾਲ ਨਹੀਂ ਜਿਹੜੀ ਪਰਮ ਪਦਵੀ ਉਹ ਪ੍ਰਾਪਤ ਹੁੰਦੀ, ਜੀਵਨ ਮੁਕਤ ਹੋਈਦਾ। ਵੀ ਇਕੱਲਾ ਜਿਵੇਂ ਆਪਾਂ ਨੂੰ ਭਾਈ ਗੁਰਦਾਸ ਜੀ ਸਮਝਾਉਂਦੇ ਵੀ ਗਾ ਲਿਆ, ਸੁਣ ਲਿਆ, ਅੱਖਾਂ ਮੀਚ ਕੇ ਬੈਠ ਗਏ, ਵੀ ਇਹਦੇ ਨਾਲ ਪਰਮ ਪਦਵੀ ਦੀ ਪ੍ਰਾਪਤੀ ਨਹੀਂ ਹੁੰਦੀ। ਜਦ ਤੱਕ ਜੋ ਸਾਨੂੰ ਗੁਰੂ ਉਪਦੇਸ਼ ਕਰ ਰਿਹਾ ਉਸ ਉਪਦੇਸ਼ ਨੂੰ ਮੰਨ ਕੇ ਅਸੀਂ ਕਮਾਉਂਦੇ ਨਹੀਂ, ਹਿਰਦੇ 'ਚ ਵਸਾਉਂਦੇ ਨਹੀਂ।
ਆਪਾਂ ਨੂੰ ਫਰਮਾਉਂਦੇ, ਗਾਏ ਸੁਣੇ ਆਖੇ ਮੀਚੇ, ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੋ ਲੋ ਨਾ ਕਮਾਈਏ। ਵੀ ਜਦ ਤੱਕ ਗੁਰੂ ਦਾ ਉਪਦੇਸ਼ ਲੈ ਕੇ ਉਹਦੀ ਕਮਾਈ ਨਾ ਕਰੀਏ, ਉਹਨੂੰ ਮੰਨੀਏ ਨਾ, ਤੇ ਫਿਰ ਪਰਮ ਪਦਵੀ ਦੀ ਪ੍ਰਾਪਤੀ ਨਹੀਂ ਹੁੰਦੀ। ਹੁਣ ਅਸੀਂ ਜੀਵ ਸੰਸਾਰ ਦੇ ਵਿੱਚ ਨਾ ਤਾਂ ਗੁਰੂ ਦੀ ਸ਼ਰਨ ਚ ਗਿਆ, ਉਹਨੇ ਕੋਈ ਉਪਦੇਸ਼ ਨਹੀਂ ਲਿਆ, ਉਸ ਉਪਦੇਸ਼ ਨੂੰ ਕਮਾਇਆ ਨਹੀਂ, ਤੇ ਅਸੀਂ ਆਖੀਏ ਵੀ ਉਹਨੂੰ ਪਰਮ ਪਦਵੀ ਦੀ ਪ੍ਰਾਪਤੀ ਹੋ ਜੇ। ਮੰਗਦੇ ਅਸੀਂ ਵੀ ਉਹਨੂੰ ਦਰਗਾਹ ਚ ਥਾਂ ਦਿਓ, ਮਾਲਕ ਨੂੰ ਵੀ ਉਹਨੂੰ ਚਰਨਾਂ ਚ ਨਿਵਾਸ ਦਿਓ, ਉਹ ਪਰਮ ਪਦਵੀ ਹੈ। ਇਸ ਤਰ੍ਹਾਂ ਥੋੜ੍ਹੀ ਮਿਲਦੀ ਹੈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਉਹਦੇ ਵਾਸਤੇ ਸਾਨੂੰ ਇਹ ਅਭਿਆਸ ਕਰਨਾ ਪੈਂਦਾ ਹੈ, ਸਾਨੂੰ ਗੁਰੂ ਦੀ ਮੱਤ ਲੈਣੀ ਪੈਂਦੀ, ਗੁਰੂ ਦਾ ਜੋ ਉਪਦੇਸ਼ ਉਹਨੂੰ ਕਮਾਉਣਾ ਪੈਂਦਾ ਹੈ। ਤੇ ਆਪਾਂ ਨੂੰ ਉਪਦੇਸ਼ ਕੀ ਕਰਦੇ ਵੀ ਸਿਮਰਨ ਕਰੋ। ਸਿਮਰਨ ਦੇ ਨਾਲ ਨਾਲ ਫਿਰ ਆਪਾਂ ਨੂੰ ਜੋ ਰਹਿਤਾਂ ਦੱਸਦੇ ਮਨ ਦੀਆਂ, ਵੀ ਉਹ ਰਹਿਤਾਂ ਰੱਖੋ, ਕਿਸੇ ਨਾਲ ਵੀ ਵੈਰ ਵਿਰੋਧ ਨਾ ਰੱਖੋ ਮਨ 'ਚ, ਕਿਸੇ ਨਾਲ ਈਰਖਾ ਨਫ਼ਰਤ ਨਾ ਕਰੋ, ਕਿਸੇ ਦੀ ਨਿੰਦਿਆ ਨਾ ਕਰੋ ਤੇ ਨਾ ਸੁਣੋ, ਹਉਮੈ ਤੋਂ ਮਨ ਨੂੰ ਰਹਿਤ ਰੱਖੋ, ਲੋਕ ਲੱਜਾ ਤੋਂ ਉੱਪਰ ਉੱਠ ਕੇ ਪਰਮਾਤਮਾ ਦਾ ਸਿਮਰਨ ਕਰੋ, ਉਹਦੇ ਗੁਣ ਗਾਵੋ। ਇਹ ਜਿਹੜੀ ਵਿਚਾਰ ਆਪਸ ਵਿੱਚ ਕਰੋ, ਇੱਕ ਦੂਸਰੇ ਤੋਂ ਪੁੱਛੋ ਕਰੋ, ਲੋਕ ਲੱਜਾ 'ਚ ਨਹੀਂ ਆਉਣਾ ਵੀ ਅਸੀਂ ਵਿਚਾਰ ਨਹੀਂ ਕਰਨੀ ਜਾਂ ਲੋਕ ਕੀ ਕਹਿਣਗੇ, ਇਹਨੂੰ ਲੋਕ ਲੱਜਾ ਕਹਿੰਦੇ। ਤੇ ਇਹ ਤੋਂ ਆਪਾਂ ਉੱਪਰ ਉੱਠਣਾ ਲੋਕ ਲੱਜਾ ਤੋਂ, ਤੇ ਅਸੀਂ ਬਸ ਸੰਸਾਰ 'ਚ ਰਹਿਣਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਜਦੋਂ ਆਪਾਂ ਨਾਲ ਨਾਲ ਇਹ ਰਹਿਤਾਂ ਰੱਖਾਂਗੇ, ਨਾਲ ਅਭਿਆਸ ਕਰਾਂਗੇ, ਫਿਰ ਤੇ ਕਿਰਪਾ ਹੋਏਗੀ ਹੋਏਗੀ। ਜਦੋਂ ਅਸੀਂ ਹੁਣ ਇਹ ਰਹਿਤਾਂ ਨਹੀਂ ਰੱਖਦੇ ਜਾਂ ਅਭਿਆਸ ਨਹੀਂ ਕਰਦੇ, ਤਾਂਹੀਓ ਜੀਵ ਦੇ ਅੰਦਰ ਬਦਲਾਅ ਨਹੀਂ ਆਉਂਦਾ। ਨਹੀਂ ਤਾਂ ਜੇ ਕੋਈ ਜੀਵ ਸਿਮਰਨ ਕਰੇ, ਗੁਰਬਾਣੀ ਗੁਰੂ ਦੇ ਦੱਸੇ ਮਾਰਗ ਤੇ ਚੱਲੇ, ਤੇ ਉਹਦਾ ਮਨ ਧੋਤਾ ਕਿਵੇਂ ਨਾ ਜਾਵੇ, ਮਨ ਨਿਰਮਲ ਕਿਵੇਂ ਨਾ ਹੋਵੇ। ਉਹ ਤਾਂ ਹੋਏਗਾ ਹੀ ਹੋਏਗਾ। ਮਹਾਰਾਜ ਸਾਨੂੰ ਸਪਸ਼ਟ ਕਹਿ ਰਹੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਵੀ ਸਾਡਾ ਮਨ ਵੀ, ਮਨ ਦਾ ਤਨ ਵੀ ਰੋਗ ਰਹਿਤ ਹੋ ਜਾਣੇ ਜੇ ਅਸੀਂ ਸਿਮਰਨ ਕਰੀਏ ਤਾਂ। ਪਰ ਉਹ ਗੱਲ ਵੱਖਰੀ ਵੀ ਜੀਵ ਜਦੋਂ ਨਹੀਂ ਕਰਦਾ, ਉਹ ਤਾਂ ਕਰਕੇ ਫਿਰ ਰੋਗਾਂ ਤੋਂ ਰਹਿਤ ਨਹੀਂ ਹੁੰਦਾ। ਫਿਰ ਜਦੋਂ ਆਪਾਂ ਇਹ ਅਭਿਆਸ ਕਰਾਂਗੇ, ਪਾਰ ਬ੍ਰਹਮ ਪਰਮਾਤਮਾ ਸਾਡੇ ਤੇ ਕਿਰਪਾ ਕਰਦੇ, ਫਿਰ ਸਾਨੂੰ ਬਾਂਹ ਫੜ ਕੇ ਨਾ ਰੋਗਾਂ ਤੋਂ ਬਾਹਰ ਕੱਢ ਲੈਂਦੇ। ਮਹਾਰਾਜ ਦੱਸਦੇ, ਕਹਿੰਦੇ ਪਾਰ ਬ੍ਰਹਮ ਜਨ ਕੀਨੀ ਦਇਆ, ਬਾਂਹ ਪਕੜ ਰੋਗੋਂ ਕੱਢ ਲਿਆ। ਵੀ ਜਿਹੜੇ ਸਾਡੇ ਮਨ ਨੂੰ ਰੋਗ ਲੱਗੇ ਸੀ, ਸਾਨੂੰ ਬਾਂਹ ਤੋਂ ਫੜ ਕੇ ਉਹਨਾਂ ਰੋਗਾਂ ਤੋਂ ਬਾਹਰ ਕੱਢ ਲਿਆ। ਸੋ ਇਸ ਵਾਸਤੇ ਹੁਣ ਆਪਾਂ ਵੀ ਕੋਸ਼ਿਸ਼ ਕਰਨੀ ਵੀ ਇਹ ਜੋ ਸਾਡੇ ਮਨ ਨੂੰ ਰੋਗ ਲੱਗੇ ਨੇ, ਇਹਨਾਂ ਰੋਗਾਂ ਤੋਂ ਰਹਿਤ ਹੋਣ ਵਾਸਤੇ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ, ਪੜ੍ਹ ਕੇ ਵਿਚਾਰਨਾ, ਖੋਜਣਾ, ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਸੋ ਬਾਕੀ ਜਿੰਨੀ ਵੀ ਆਪਾਂ ਵਿਚਾਰ ਕਰਦੇ ਹਾਂ, ਕਿਸੇ ਵੀ ਗੁਰਮੁਖ ਨੂੰ ਕਿਤੋਂ ਸਮਝ ਨਹੀਂ ਲੱਗਦੀ, ਜਾਂ ਆਪਣੇ ਮਨ ਦੇ ਵਿੱਚ ਕੋਈ ਸਵਾਲ ਹੁੰਦਾ ਹੈ, ਕੋਈ ਪ੍ਰਸ਼ਨ ਹੁੰਦਾ ਹੈ, ਉਹ ਤੁਸੀਂ ਪੁੱਛ ਲਿਆ ਕਰੋ। ਕਈ ਵਾਰ ਆਪਾਂ ਨੂੰ ਉਹਦਾ ਯਾਦ ਹੁੰਦਾ ਹੈ। ਹੁਣ ਜਦੋਂ ਆਪਾਂ ਵਿਚਾਰ ਸੁਣਦੇ ਹਾਂ, ਆਪਣਾ ਮਨ ਵਿਚਾਰਾਂ ਤੋਂ ਰਹਿਤ ਹੋ ਜਾਂਦਾ, ਤੇ ਫਿਰ ਆਪਾਂ ਨੂੰ ਪਤਾ ਹੀ ਲੱਗਦਾ ਵੀ ਅਸੀਂ ਪੁੱਛੀਏ ਕੀ ਜਾਂ ਕੀ ਸਵਾਲ ਕਰੀਏ। ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ, ਹੁਣ ਜਦੋਂ ਸੰਸਾਰ ਦੇ ਵਿੱਚ ਬਾਅਦ ਚੋਂ ਆਪਾਂ ਕਰਮ ਕਰਦੇ ਹਾਂ ਜਾਂ ਆਪਾਂ ਚੱਲਦੇ ਹਾਂ, ਸਿਮਰਨ ਕਰਦੇ ਹਾਂ, ਕੋਈ ਵੀ ਸਵਾਲ ਆਪਣੇ ਮਨ 'ਚ ਆਉਂਦਾ, ਤੁਸੀਂ ਉਦੋਂ ਹੀ ਲਿਖ ਲਿਆ ਕਰੋ। ਜੇ ਤੁਸੀਂ ਲਿਖ ਕੇ ਰੱਖਿਆ ਹੋਏਗਾ, ਤੁਹਾਡੇ ਕੋਲ ਹੋਏਗਾ, ਤੇ ਫਿਰ ਤੁਸੀਂ ਉਹ ਪੁੱਛ ਸਕਦੇ ਹੋ। ਸਵਾਲ ਇੱਕ ਜਾਣਾ ਪੁੱਛੇ ਤੇ ਕਈਆਂ ਦਾ ਆਪਣਾ ਉਹ ਫਿਰ ਜਿਹੜਾ ਹੱਲ ਹੈ ਉਹ ਅੱਗੇ ਹੱਲ ਹੋ ਜਾਂਦਾ ਹੈ। ਕਈ ਵਾਰੀ ਇੱਕ ਹੀ ਸਵਾਲ ਬਹੁਤ ਗੁਰਮੁਖਾਂ ਦੇ ਮਨ 'ਚ ਹੁੰਦਾ ਹੈ। ਸੋ ਇਸ ਵਾਸਤੇ ਆਪਾਂ ਹੁਣ ਲੋਕ ਲੱਜਾ ਤੋਂ ਉੱਪਰ ਉੱਠਦੇ ਹੋਏ
ਜਿਵੇਂ ਇੱਕ ਪਰਿਵਾਰ ਹੁੰਦਾ ਹੈ, ਪਰਿਵਾਰ ਦੇ ਵਿੱਚ ਕੋਈ ਵੀ ਕਿਸੇ ਤੋਂ ਸੰਗਦਾ ਨਹੀਂ ਹੈ। ਜੋ ਵੀ ਗੱਲ ਹੁੰਦੀ ਉਹ ਇੱਕ ਦੂਸਰੇ ਤੋਂ ਆਪਾਂ ਪੁੱਛ ਲੈਂਦੇ ਹਾਂ ਬੇਝਿਜਕ ਹੋ ਕੇ। ਇਸੇ ਤਰ੍ਹਾਂ ਹੀ ਹੁਣ ਸੰਗਤ ਇੱਕ ਪਰਿਵਾਰ ਰੂਪ ਆਪਣਾ ਸਾਰਾ, ਤੇ ਇਹਦੇ ਵਿੱਚ ਆਪਾਂ ਕਿਸੇ ਕਿਸਮ ਦੀ ਕੋਈ ਸ਼ਰਮ ਜਾਂ ਲੋਕ ਲੱਜਾ ਨਹੀਂ ਕਰਨੀ। ਜੋ ਵੀ ਆਪਣੇ ਮਨ ਦੇ ਵਿੱਚ ਕੋਈ ਵੀ ਸਵਾਲ ਹੁੰਦਾ ਹੈ ਉਹ ਤੁਸੀਂ ਪੁੱਛ ਲਿਆ ਕਰਨਾ ਹੈ। ਸੋ ਹੁਣ ਸਮੇਂ ਦੀ ਸਮਾਪਤੀ ਹੈ। ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਸੁਰਿੰਦਰ ਸਿੰਘ ਜੀ ਆਪ ਜੀ ਦਾ। ਵਾਹਿਗੁਰੂ ਸਤਿਗੁਰੂ ਜੀ। ਤੇ ਕਿਸੇ ਵੀ ਗੁਰਮੁਖਾਂ ਦਾ ਕੋਈ ਵੀ ਸਵਾਲ ਹੁੰਦਾ ਨਾ ਜੀ, ਤੇ ਕਹਿ ਦਿਓ ਗੁਰਮੁਖਾਂ ਨੂੰ ਵੀ ਉਹ ਪੁੱਛ ਲਿਆ ਕਰਨ ਤੇ ਲਿਖ ਲਿਆ ਕਰਨ। ਹਾਂਜੀ ਵਾਹਿਗੁਰੂ। ਸਤਿ ਸੁਣੋ ਜੀ, ਆਪ ਜੀ ਸਾਰੇ ਨੂੰ ਅਨਮਿਊਟ ਕਰ ਰਹੇ ਹਾਂ ਜੀ। ਕਿਸੇ ਦਾ ਕੋਈ ਸਵਾਲ ਹੋਏ ਤੇ ਹੁਣੇ ਵੀ ਪੁੱਛ ਸਕਦੇ ਹੋ, ਨਹੀਂ ਤੇ ਗਰੁੱਪ ਵਿੱਚ ਆਪ ਜੀ ਮੈਸੇਜ ਪਾ ਦੇਣਾ, ਸਵਾਲ ਪਾ ਦੇਣਾ ਆਪਣਾ, ਤੇ ਫਿਰ ਵੀ ਤੁਹਾਨੂੰ ਅਨਮਿਊਟ ਕਰ ਰਹੇ ਹਾਂ। ਕਿਸੇ ਗਰੁੱਪ ਦਾ ਕੋਈ ਸਵਾਲ ਹੋਏ ਤੇ ਪੁੱਛ ਲਵੋ ਜੀ। ਹਾਂਜੀ ਗੁਰਮੁਖੋ, ਕਿਸੇ ਦਾ ਕੋਈ ਸਵਾਲ ਹੋਵੇ ਤੇ ਪੁੱਛ ਲਵੋ। ਹਾਂਜੀ ਵਾਹਿਗੁਰੂ ਜੀ। ਸਵਾਲ ਇਹ ਕਿ ਕਈ ਵਾਰੀ ਜਦੋਂ ਅਸੀਂ ਬਾਹਰ ਅਕਸ ਕਥਾ ਦੀ ਗੱਲ ਕਰਦੇ ਹੁੰਦੇ ਹਾਂ, 40 ਸਾਲ ਦੀ ਕਹਿ ਰਹੇ ਸੀ ਕਿ ਆਪਾਂ ਇਹ ਜੋ ਚੀਜ਼ ਹੈ ਅੱਗੇ ਵੰਡਣੀ ਹੈ, ਆਪਣਾ ਕਰਜ਼ਾ ਵੀ ਉਤਾਰਨਾ ਹੈ। ਤੇ ਵੀਰ ਜੀ ਜਦ ਅਗਰ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ, ਉਹ ਕਹਿੰਦੇ ਨੇ ਕਿ ਜੇ ਅਸੀਂ ਨਹੀਂ ਕਰਾਂਗੇ ਤਾਂ ਫਿਰ ਕੀ ਹੋ ਜਾਏਗਾ। ਮਤਲਬ ਕਿ ਜੋ ਅਗਰ ਮਨਮੁਖ ਨੇ ਜੋ ਲੋਕ, ਤੇ ਜੇ ਜੋ ਗੁਰਮੁਖ ਨੇ ਉਹਨਾਂ ਦਾ ਤਾਂ ਚਲੋ ਕਿ ਉਹ ਸੱਚ ਵਿੱਚ ਸਮਾ ਜਾਣਗੇ। ਉਹ ਕਹਿੰਦੇ ਨੇ ਜੇ ਨਹੀਂ ਕਰੇਗਾ ਉਹਨਾਂ ਦਾ ਕੀ ਹੈ। ਤੇ ਫਿਰ ਉਹ ਮਨਮੁਖਾਂ ਦਾ ਕੀ ਹਾਲ ਹੁੰਦਾ ਜੀ, ਉਸ ਤੇ ਪ੍ਰਕਾਸ਼ ਕਰਿਓ ਕਿ ਅਗਲਾ ਅਗਰ ਕੋਈ ਸਾਨੂੰ ਕਹਿੰਦਾ ਤਾਂ ਅਸੀਂ ਉਹਨੂੰ ਜਵਾਬ ਦੇ ਸਕੀਏ ਕਿ ਮਨਮੁਖਾਂ ਦਾ ਇਹ ਹਾਲ ਹੁੰਦਾ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ